बहुत जन्म बहुत जन्म बिछरे थे मादो, एह जन्म तुम्हारे लिखे। कह रविदास आस लग जीवा, चिर भयो दर्शन दिखे। दर्शन तोरा जीवन मोरा, बिन दर्शन क्यों जीवै चकोरा। माधो सतगुर सब जग चेला, अब के बिछरे मिलन दोहेला। अब के बिछरे मिलन दोहेला। परम सत्कारयोग धन धन सच्चे पातशाह ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਸੁਭਾਏਮਾਨ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ, ਆਓ ਮਾਲਕ ਦੁਆਰਾ ਬਖਸ਼ਿਸ਼ ਕੀਤੀਆਂ ਹੋਈਆਂ ਇਨ੍ਹਾਂ ਸੁਭਾਗੀਆਂ ਘੜੀਆਂ ਦਾ ਲਾਹਾ ਲਈਏ। ਆਪਣੀ ਵਿਰਤੀ ਨੂੰ, ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਦੇ ਨਾਲ ਜੋੜੀਏ ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਦੁਰਲਭ ਮਨੁੱਖ ਜਨਮ ਸਾਨੂੰ ਮਿਲਿਆ ਆ, ਇਹਦਾ ਲਾਹਾ ਲਈਏ, ਇਹਨੂੰ ਮਾਲਕ ਦੇ ਲੇਖੇ ਲਾਈਏ। ਧੰਨ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਦੇ ਨਾਲ ਇਹ ਜੋ ਰੋਜ਼ਾਨਾ ਆਪਾਂ ਸਤਿਗੁਰਾਂ ਦੀ ਪਾਵਨ ਬਾਣੀ ਦਾ ਰਸ ਪੀਂਦੇ ਆ, ਆਨੰਦ ਮਾਣਦੇ ਆ, 84 ਨੰਬਰ ਸ਼ਬਦ ਜੋ ਕਿ 56 ਨੰਬਰ ਅੰਕ ਤੇ ਸੁਸ਼ੋਭਿਤ ਹੈ। ਗੁਰੂ ਚਰਨਾਂ ਦਾ ਓਟ ਆਸਰਾ ਲੈ ਕੇ ਅੱਜ ਆਪਾਂ ਇਸ ਸ਼ਬਦ ਦੇ ਵਿਚਾਰ ਨੂੰ ਸਾਂਝਾ ਕਰਾਂਗੇ। ਇਹ ਸ਼ਬਦ ਰਾਗ
ਰਾਮਕਲੀ ਚੌਪਦਾ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ। ਤ੍ਰਿਗ ਤ੍ਰਿਗ ਜੀਵਨ ਰਾਜੇ ਰਾਮ ਬਿਨਾ ਤ੍ਰਿਗ ਤ੍ਰਿਗ ਜੀਵਨ ਰਾਜੇ ਰਾਮ ਬਿਨਾ ਟੇਕ ਦੇਹ ਨੈਣ ਬਿਨ ਚੰਦ ਰੈਣ ਬਿਨ ਜਿਉ ਮੀਨਾ ਗਹਿਰੋ ਜਲੇ ਬਿਨਾ ਹਸਤੀ ਸੁੰਡ ਬਿਨ ਪੰਖੀ ਪੰਖ ਬਿਨ ਜੋਇ ਸੋਇ ਮੰਦਰ ਦੀਪ ਬਿਨਾ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਬਦ ਦੀ ਪਹਿਲੀ ਪੰਕਤੀ ਆਪਾਂ ਹੁਣੇ ਸਰਵਣ ਕੀਤੀ ਹੈ। ਸ਼ਬਦ ਵਿਚਾਰ ਤੋਂ ਪਹਿਲਾਂ ਇੱਕ ਛੋਟੀ ਜਿਹੀ ਵਿਚਾਰ ਆਪਾਂ ਕਰਾਂਗੇ ਕਿ ਇਹ ਜਿਹੜਾ ਸੰਸਾਰ ਹੈ, ਇਹ ਦੁਨੀਆ, ਇੱਥੇ ਹਰ ਇੱਕ ਤਰ੍ਹਾਂ ਦੇ ਇਨਸਾਨ ਰਹਿੰਦੇ ਆ। ਉਹ ਨਾਸਤਕ ਵੀ ਹੈ, ਆਸਤਕ ਵੀ ਹੈ। ਇੱਥੇ ਸਾਧੂ ਸੰਤ ਮਹਾਤਮਾ ਵੀ ਹੈ, ਇੱਥੇ ਚੋਰ ਔਰ ਇੱਥੇ ਠੱਗ ਵੀ ਹੈ। ਇੱਥੇ ਦਾਨ ਪੁੰਨ ਕਰਨ ਵਾਲੇ ਵੀ ਬੜੇ ਆ, ਇੱਥੇ ਪਾਪ ਕਰਨ ਵਾਲੇ ਔਰ ਲੁੱਟਣ ਵਾਲੇ ਵੀ ਬੜੇ ਆ। ਜੀਵਨ ਸਭਨਾਂ ਦਾ ਚੱਲੀ ਜਾ ਰਿਹਾ ਹੈ ਔਰ ਸਭਨਾਂ ਦਾ ਹੀ ਚੱਲਣਾ ਹੈ। ਚਾਹੇ ਕੋਈ ਸਾਧ ਹੈ, ਚਾਹੇ ਕੋਈ ਮਹਾਤਮਾ ਤੇ ਚਾਹੇ ਕੋਈ ਠੱਗ ਹੈ। ਜੀਵਨ ਜਿੰਨਾ ਕੁ ਮਿਲਿਆ, ਅਗਰ ਕਿਸੇ ਨੂੰ 50 ਸਾਲ ਦੀ ਪੂੰਜੀ ਮਿਲੀ ਹੈ ਤੇ 50 ਸਾਲ ਉਹਨੂੰ ਭੁਗਣੇ ਹੈ। ਅਗਰ ਕਿਸੇ ਨੂੰ 50 ਦਿਨ ਦੀ ਪੂੰਜੀ ਮਿਲੀ ਹੈ ਤੇ 50 ਦਿਨਾਂ ਦੇ ਵਿੱਚ ਹੀ ਉਹਨੇ ਚਲੇ ਜਾਣਾ ਹੈ। ਹਾਂ, ਕੋਈ ਪਾਪ ਕਰਮ ਕਮਾ ਰਿਹਾ ਆ, ਕੋਈ ਚੰਗੇ ਕਰਮ ਕਮਾ ਰਿਹਾ ਆ, ਕੋਈ ਆਸਤਕ ਹੈ, ਕੋਈ ਨਾਸਤਕ ਹੈ। ਇਹ ਕਰਮਾਂ ਵਾਲੇ ਲੇਖ ਆ। ਇਹ ਜਿਹੜੇ ਲੇਖ ਆ, ਇਹਨਾਂ ਦਾ ਜਿਹੜਾ ਹਿਸਾਬ ਹੈ ਉਹ ਬਾਅਦ ਵਿੱਚ ਹੋਏਗਾ। ਜੀਵਨ ਸਭਨਾਂ ਦਾ ਚੱਲਦਾ ਆ। ਇਸ ਗੱਲ ਨੂੰ ਸਮਝਣ ਦੇ ਲਈ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਰਾਗ ਸੂਹੀ ਦੇ ਵਿੱਚ ਜੋ ਸ਼ਬਦ ਜੋ ਦਿਨ ਆਵੇ ਸੋ ਦਿਨ ਜਾਹੀ, ਇਹ ਸ਼ਬਦ ਦੀ ਇੱਕ ਪੰਕਤੀ ਹੈ ਵੀ ਜਿਨ ਜੀਓ ਦੀਆ ਸੋ ਰਿਜਕ ਅੰਬਰ ਆਵੇ। ਜਿਸ ਮਾਲਕ ਨੇ ਜੀਵਨ ਦਿੱਤਾ ਉਹਨੂੰ ਰਿਜਕ ਵੀ ਦਿੱਤਾ ਆ। ਭਾਵ ਸਾਡਾ ਜੀਵਨ ਚੱਲਦਾ ਆ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਇੱਕ ਆਸਤਕ ਹੈ, ਇੱਕ ਨਾਸਤਕ ਹੈ, ਇੱਕ ਚੋਰ ਹੈ, ਇੱਕ ਸਾਧ ਹੈ, ਇੱਕ ਪਾਪੀ ਹੈ, ਇੱਕ ਦਇਆਵਾਨ ਹੈ।
ਜੇ ਜੀਵਨ ਸਾਰਿਆਂ ਦਾ ਨਿਰੰਤਰ ਚੱਲਦਾ ਆ ਜਾਂ ਚੱਲੀ ਜਾਏਗਾ ਜਾਂ ਜਿਤਨਾ ਜਿਤਨਾ ਸਮਾਂ ਉਤਨਾ ਉਤਨਾ ਉਹ ਭੋਗਣਗੇ, ਫਿਰ ਫਰਕ ਕੀ ਹੋਇਆ? ਫਰਕ ਕੀ ਹੋਇਆ? ਉਹ ਜਿਹੜਾ ਫਰਕ ਆ, ਕਈ ਵਾਰੀ ਆਪਾਂ ਕਹਿ ਦਿੰਦੇ ਆ ਨਾ ਕਿ ਲਓ ਜੀ ਉਹਨੇ ਤਾਂ ਬੜੇ ਮਾੜੇ ਕੰਮ ਕੀਤੇ ਆ, ਉਹ ਅਜੇ ਵੀ ਇੰਨੇ ਗੁਨਾਹ ਕਰਦਾ ਆ, ਇੰਨੀਆਂ ਚੋਰੀਆਂ ਠੱਗੀਆਂ ਕਰਦਾ, ਉਹਨੂੰ ਤਾਂ ਕੁਛ ਨਹੀਂ ਹੁੰਦਾ। ਇਹ ਤਾਂ ਕਰਮਾਂ ਦੇ ਲੇਖ ਆ ਗੁਰੂ ਪਿਆਰੀ ਸਾਧ ਸੰਗਤ ਜੀ। ਹਿਸਾਬ ਸਾਨੂੰ ਆਪਣੇ ਕਰਮਾਂ ਦਾ ਵੀ ਦੇਣਾ ਪੈਣਾ ਆ ਤੇ ਹਿਸਾਬ ਉਹਨੂੰ ਵੀ ਦੇਣਾ ਪੈਣਾ ਆ, ਦੋਨਾਂ ਨੂੰ ਦੇਣਾ ਪੈਣਾ। ਬੱਚੇ ਸਕੂਲ ਜਾਂਦੇ ਨਾ, ਇੱਕ ਬੱਚਾ ਬੜਾ ਮਨ ਲਾ ਕੇ ਧਿਆਨ ਲਾ ਕੇ ਪੜ੍ਹਦਾ ਆ, ਇੱਕ ਬਿਲਕੁਲ ਨਹੀਂ ਪੜ੍ਹਦਾ, ਸਾਰਾ ਦਿਨ ਖੇਡਦਾ ਰਹਿੰਦਾ ਆ। ਜੇਕਰ ਅਸੀਂ ਉਹਨੂੰ ਕਹੀਏ ਕਿ ਆ ਵੀ ਤਾਂ ਸਕੂਲ ਜਾਂਦਾ ਹੀ ਹੈ, ਆ ਵੀ ਸਕੂਲ ਆਉਂਦਾ, ਤੂੰ ਸਾਰਾ ਦਿਨ ਭਾਈ ਕਿਤਾਬਾਂ ਲੈ ਕੇ ਬੈਠਾ ਰਹਿੰਦਾ, ਅਗਲਾ ਤਾਂ ਕਿਤਾਬ ਚੱਕਦਾ ਨਹੀਂ, ਅਗਲਾ ਤਾਂ ਕਿਤਾਬ ਚੱਕਦਾ ਨਹੀਂ, ਤੂੰ ਸਾਰਾ ਦਿਨ ਕਿਤਾਬਾਂ ਲੈ ਕੇ ਉਹ ਵੀ ਹੈਗਾ ਹੀ ਹੈ, ਉਹਨੂੰ ਤਾਂ ਟੀਚਰ ਕੁਛ ਨਹੀਂ ਕਹਿੰਦੇ। ਕਈ ਵਾਰੀ ਜਿਹਦਾ ਜ਼ਿਆਦਾ ਪੜ੍ਹਦਾ ਹੋਵੇ ਨਾ, ਟੀਚਰ ਨਾਰਾਜ਼ ਵੀ ਉੱਤੇ ਜ਼ਿਆਦਾ ਹੁੰਦੇ ਆ, ਤੇ ਜਿਹੜਾ ਬਿਲਕੁਲ ਨਹੀਂ ਪੜ੍ਹਦਾ ਕਈ ਵਾਰੀ ਟੀਚਰ ਉੱਤੇ ਨਾਰਾਜ਼ ਵੀ ਨਹੀਂ ਹੁੰਦਾ ਜ਼ਿਆਦਾ, ਕਿਉਂਕਿ ਜਿਹੜਾ ਚੰਗਾ ਆ, ਜਿਹਦਾ ਜ਼ਿਆਦਾ ਧਿਆਨ ਹੈ ਪੜ੍ਹਾਈ ਵੱਲ, ਜਿਹੜਾ ਜ਼ਿਆਦਾ ਪੜ੍ਹਦਾ ਆ, ਉਹ ਤੋਂ ਗਲਤੀ ਹੋ ਜਾਵੇ ਤਾਂ ਫਿਰ ਟੀਚਰ ਕਈ ਵਾਰੀ ਜ਼ਿਆਦਾ ਨਾਰਾਜ਼ ਹੋ ਜਾਂਦਾ ਵੀ ਤੂੰ ਗਲਤੀ ਕਰੇ, ਇਹ ਉਮੀਦ ਨਹੀਂ ਸੀ, ਉਹਦਾ ਤਾਂ ਚੱਲ ਮੰਨਿਆ ਹੀ ਆ ਵੀ ਗਲਤ ਆ। ਇਸ ਕਰਕੇ ਜਿਹੜਾ ਸੱਚਾਈ ਵਾਲਾ ਮਾਰਗ ਹੈ ਬੜਾ ਔਖਾ ਮਾਰਗ ਹੈ। ਪੜ੍ਹਦੇ ਹੁੰਦੇ ਨਾ ਆਪਾਂ ਮਹਾਰਾਜ ਜੀ ਦੀ ਬਾਣੀ, ਸੱਚ ਬਰੋਬਰ ਤਪ ਨਹੀਂ, ਝੂਠ ਬਰੋਬਰ ਪਾਪ। ਜਿਹੜਾ ਸੱਚ ਆ ਇਹ ਵੀ ਬੜੀ ਵੱਡੀ ਇੱਕ ਤਪੱਸਿਆ ਹੈ, ਸੱਚ ਦਾ ਜਿਹੜਾ ਮਾਰਗ ਹੈ ਵੀ ਇੱਕ ਬੜੀ ਵੱਡੀ ਤਪੱਸਿਆ ਆ। ਖੈਰ ਸ਼ਬਦ ਤੇ ਆਈਏ ਹੁਣ। ਜੀਵਨ ਸਭਨਾਂ ਦਾ ਚੱਲਦਾ ਆ, ਚੱਲੀ ਜਾਣਾ ਆ, ਤੇ ਸਾਡਾ ਇੱਕ ਸਵਾਲ ਹੁੰਦਾ ਆ ਕਿ ਫਰਕ ਕੀ ਹੈ? ਫਿਰ ਉਹ ਜਿਹੜਾ ਸਾਡਾ ਸਵਾਲ, ਉਹਦਾ ਜਵਾਬ ਅੱਜ ਗੁਰੂ ਮਹਾਰਾਜ ਜੀ ਦੇ ਰਹੇ ਨੇ। ਤ੍ਰਿਗ ਤ੍ਰਿਗ ਜੀਵਨ ਰਾਜੇ ਰਾਮ ਬਿਨਾ। ਹੁਣ ਤ੍ਰਿਗ ਦੇ ਜਿਹੜੇ ਅਰਥ ਆ, ਇਹ ਗੁਰੂ ਪਿਆਰੀ ਸਾਧ ਸੰਗਤ ਜੀ ਬੜੇ ਥੋੜੇ ਕਰੜੇ ਆ, ਬੜੇ ਸਖਤ ਸ਼ਬਦ ਆ ਇਹ। ਤ੍ਰਿਗ ਨੂੰ ਲਾਲੰਤ ਵੀ ਕਹਿ ਦਿੰਦੇ ਆ, ਕਿਉਂਕਿ ਸੁਣਨ ਵਾਲਾ ਹੋ ਸਕਦਾ ਸੋਚੇ ਲਓ ਜੀ ਮਹਾਰਾਜ ਜੀ ਸਾਨੂੰ ਕਹਿ ਰਹੇ ਭਾਵੀ ਜੀਵਨ ਤੇ ਤੇਰੇ ਲਾਹਨਤ ਆ। ਕਿਹੜਾ ਜੀਵਨ? ਰਾਜੇ ਰਾਮ ਬਿਨਾ, ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਜਿਹੜਾ ਜੀਵਨ ਆ, ਮਹਾਰਾਜ ਜੀ ਕਹਿਣ ਲੱਗੇ ਇਹ ਤ੍ਰਿਗ ਆ। ਸ਼ਬਦ ਆਇਆ ਰਾਜੇ ਰਾਮ ਬਿਨਾ। ਥੋੜਾ ਵਕਤ ਹੈ, ਆਪਾਂ ਖੁੱਲੀ ਵਿਚਾਰ ਕਰਾਂਗੇ, ਕੋਈ ਨਹੀਂ। ਅੱਜ 1 ਘੰਟੇ ਦੀ ਵਿਆਖਿਆ ਆ, ਤੇ ਚਲੋ ਅੱਜ ਇਹ ਤੇ ਵੀ ਥੋੜਾ ਜਿਹਾ ਵਿਚਾਰ ਕਰ ਲੈਂਦੇ। ਰਾਜੇ ਰਾਮ ਦੀ ਵਿਚਾਰ ਜਿਹੜੀ ਹੈ, ਕਈ ਲੋਕ ਸਾਡੇ ਹੀ ਲੋਕਾਂ ਦੇ ਨਾਲ, ਸਾਡੇ ਹੀ ਲੋਕ ਜਿਹੜੇ ਆ, ਸਾਡੇ ਹੀ ਲੋਕਾਂ ਦੇ ਨਾਲ ਕਈ ਵਾਰੀ ਐਸੀਆਂ ਉਲਝਣਾਂ ਭਰੇ ਸਵਾਲ ਪੈਦਾ ਕਰ ਦਿੰਦੇ, ਖੜੇ ਕਰ ਦਿੰਦੇ ਆ। ਅਜੇ ਦੂਸਰੇ ਲੋਕ ਥੋੜੇ ਘੱਟ ਕਰਦੇ, ਸਾਡਾ ਸਮਾਜ ਕਈ ਵਾਰ ਥੋੜਾ ਜ਼ਿਆਦਾ ਇਹਨਾਂ ਗੱਲਾਂ ਨੂੰ ਚੱਕਦਾ। ਦੇਖੋ ਜੀ ਮਹਾਰਾਜ ਜੀ ਨੇ ਕਿਹਾ ਰਾਜਾ ਰਾਮਚੰਦ, ਇੱਥੇ ਵੀ ਆਏ ਨਾ ਰਾਜੇ ਰਾਮ ਬਿਨਾ। ਮੈਂ ਰਾਜੇ ਸ਼ਬਦ ਨੂੰ ਅੱਜ ਕਲੀਅਰ ਕਰ ਦੇਵਾਂ। ਗੁਰਬਾਣੀ ਦੇ ਜਿਹੜੇ ਅਰਥ ਹੈ ਨਾ, ਮਾਫ ਕਰਨਾ, ਮੈਂ ਨਹੀਂ ਕਹਿ ਰਿਹਾ ਕਿ ਮੈਂ ਬਹੁਤ ਵਧੀਆ ਅਰਥ ਕਰ ਰਿਹਾ, ਲੇਕਿਨ ਇੰਨਾ ਕੁ ਜ਼ਰੂਰ ਹੈ ਵੀ ਗੁਰਬਾਣੀ ਦਾ ਕੋਈ ਵੀ ਸ਼ਬਦ ਜੇ ਵਿਚਾਰ ਨਾ ਹੋਵੇ ਤਾਂ ਇੱਕ ਸ਼ਬਦ ਦੇ ਨਾਲ ਨਹੀਂ, ਸਾਰੀ ਗੁਰਬਾਣੀ ਦਾ ਗਿਆਨ ਹੋਣਾ ਜ਼ਰੂਰੀ ਹੈ। ਜੇ ਸਾਰੀ ਗੁਰਬਾਣੀ ਨਹੀਂ, ਕਮ ਸੇ ਕਮ ਅੱਧੀ ਗੁਰਬਾਣੀ ਦਾ ਗਿਆਨ ਹੋਣਾ ਜ਼ਰੂਰੀ ਹੈ, ਤਾਂ ਕਿਤੇ ਜਾ ਕੇ ਤੁਸੀਂ ਸ਼ਬਦ ਦੀ ਸਹੀ ਵਿਚਾਰ ਕਰ ਸਕਦੇ ਹੋ। ਕਿਉਂਕਿ ਇੱਕ ਇੱਕ ਜਿਹੜਾ ਸ਼ਬਦ ਹੈ ਨਾ ਗੁਰਬਾਣੀ ਦਾ, ਉਹਨੂੰ ਕਈ ਵਾਰੀ ਦੂਜੇ ਸ਼ਬਦਾਂ ਦੇ ਵਿੱਚ ਬੜੇ ਵਿਸਥਾਰ ਦੇ ਨਾਲ ਮਹਾਰਾਜ ਜੀ ਨੇ ਪੇਸ਼ ਕੀਤਾ ਹੁੰਦਾ, ਤੇ ਉੱਥੋਂ ਦੇਖਣਾ ਪੈਂਦਾ ਵੀ ਜੇ ਇਸ ਸ਼ਬਦ ਦੇ ਵਿੱਚ ਆਹ ਭਾਵ ਹੈ ਤੇ ਦੂਜੇ ਸ਼ਬਦਾਂ ਦੇ ਵਿੱਚ ਇਹਦਾ ਭਾਵ ਕੀ ਹੈ,
ਜੇ ਇੱਥੇ ਆਹ ਸ਼ਬਦ ਇਸ ਕੰਮ ਲਈ ਵਰਤਿਆ ਗਿਆ ਤੇ ਦੂਜੇ ਸ਼ਬਦਾਂ ਵਿੱਚ ਇਹ ਜਿਹੜਾ ਸ਼ਬਦ ਹੈ ਕਿੰਨਾ ਕੰਮਾਂ ਲਈ ਵਰਤਿਆ ਗਿਆ, ਇਹ ਬੜਾ ਦੇਖਣਾ ਪੈਂਦਾ ਹੁੰਦਾ। ਕੱਲਾ ਮਹਾਰਾਜ ਜੀ ਦੇ ਨਾਮ ਨਾਲ ਜਾਂ ਪਰਮਾਤਮਾ ਦੇ ਨਾਮ ਦੇ ਨਾਲ ਰਾਜਾ ਲਾਉਣ ਦੇ ਨਾਲ ਇਹ ਨਹੀਂ ਹੈ ਕਿ ਵੀ ਭਾਈ ਉਹ ਇੱਥੇ ਦੇ ਕਿਸੇ ਰਾਜੇ ਦੀ ਗੱਲ ਆਈ ਹੈ। ਰਾਜਾ ਸ਼ਬਦ ਪਰਮਾਤਮਾ ਲਈ ਵੀ ਵਰਤਿਆ ਗਿਆ, ਪਰਮਾਤਮਾ ਨੂੰ ਵੀ ਰਾਜਾ ਕਿਹਾ ਗਿਆ ਹੈ। ਉਹ ਕਿਵੇਂ? ਮਹਾਰਾਜ ਜੀ ਫਰਮਾਉਂਦੇ ਨੇ, ਕਉ ਹਰ ਸਮਾਨ ਨਹੀਂ ਰਾਜਾ, ਰੱਬ ਦੇ ਬਰਾਬਰ ਕੋਈ ਹੋਰ ਦੂਸਰਾ ਰਾਜਾ ਨਹੀਂ ਹੈ। ਇਹ ਰਾਜੇ ਹੋਣਗੇ ਆ ਦੁਨਿਆਵੀ ਰਾਜੇ, ਲੇਕਿਨ ਮਹਾਰਾਜ ਜੀ ਕਹਿੰਦੇ ਸਭ ਤੋਂ ਵੱਡਾ ਰਾਜਾ ਉਹ ਅਕਾਲ ਪੁਰਖ ਹੈ। ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਧੰਨ ਗੁਰੂ ਕਬੀਰ ਪਾਤਸ਼ਾਹ ਜੀ। ਇਹ ਦੁਨਿਆਵੀ ਰਾਜੇ ਮਹਾਰਾਜ ਜੀ ਕਹਿੰਦੇ 4 ਦਿਨ ਦੇ ਮਹਿਮਾਨ ਹੈ, 4 ਦਿਨ ਕੇ ਪਹੁਣੇ, ਇਹਨਾਂ ਨੂੰ 4 ਦਿਨ ਦੇ ਪ੍ਰਾਹੁਣੇ ਵੀ ਕਿਹਾ ਹੈ। ਲੇਕਿਨ ਇੱਕ ਇਹਨਾਂ ਸਾਰੇ ਰਾਜਿਆਂ ਤੋਂ ਵੱਡਾ ਇੱਕ ਰਾਜਾ ਆ, ਉਹ ਕੌਣ ਹੈ? ਉਹ ਅਕਾਲ ਪੁਰਖ ਆਪ ਹੈ। ਬੇਗਮਪੁਰਾ ਸ਼ਬਦ ਪੜ੍ਹਿਆ ਉਹਨਾਂ ਨੂੰ? ਬਹੁਤ ਲੋਕ ਪੜ੍ਹਦੇ ਆ। ਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਨ ਅਸੀਂ ਉਹਨਾਂ ਦੇ ਅਰਥਾਂ ਨੂੰ ਵੀ ਜਾਣ ਸਕੀਏ। ਹੁਣ ਉਹ ਰਾਜਾ ਅਕਾਲ ਪੁਰਖ, ਉਹਦਾ ਰਾਜ ਕੈਸਾ ਆ? ਕਾਇਮ ਦਾਇਮ ਸਦਾ ਪਾਤਸ਼ਾਹੀ। ਦੇਖੋ ਦੁਨਿਆਵੀ ਰਾਜੇ ਜਿਹੜੇ ਆ, ਇਹ ਦੁਨਿਆਵੀ ਪਾਤਸ਼ਾਹ ਜਿਹੜੇ ਆ, ਇਹਨਾਂ ਦੀ ਪਾਤਸ਼ਾਹੀ, ਇਹਨਾਂ ਦੀ ਬਾਦਸ਼ਾਹੀ, ਇਹਨਾਂ ਦਾ ਰਾਜ ਇੱਕ ਸਮੇਂ ਦੇ ਨਾਲ ਬੱਝਿਆ ਹੁੰਦਾ ਹੈ। ਅੱਜ ਮੈਂ ਤਾਕਤਵਰ ਰਾਜਾ, ਕੱਲ ਮੇਰੇ ਤੋਂ ਵੱਡਾ ਆਏਗਾ, ਉਹ ਮੇਰੇ ਤੇ ਹਮਲਾ ਕਰੇਗਾ, ਰਾਜ ਭਾਗ ਉਹਦੇ ਕੋਲ ਚਲਾ ਜਾਏਗਾ, ਮੇਰਾ ਰਾਜ ਖਤਮ ਹੋ ਗਿਆ, ਉਹਦਾ ਸ਼ੁਰੂ ਹੋ ਗਿਆ। ਕੱਲ ਉਸ ਤੋਂ ਵੱਡਾ ਕੋਈ ਆਏਗਾ, ਉੱਤੇ ਹਮਲਾ ਕਰੇਗਾ, ਉੱਤੇ ਜਿੱਤ ਆਪਣੀ ਪ੍ਰਾਪਤ ਕਰੇਗਾ, ਉਹ ਰਾਜਾ ਬਣ ਜਾਏਗਾ, ਇਹਦੀ ਤਾਕਤ ਘਟ ਗਈ, ਇਹ ਖਾਲੀ ਹੋ ਗਿਆ। ਇਹ ਰਾਜੇ ਤਾਂ ਇਦਾਂ ਹੀ ਆ ਜੀ, ਆਏ ਆ ਗਏ ਆ, ਆਏ ਆ ਗਏ ਆ। ਲੇਕਿਨ ਇੱਕ ਬਾਦਸ਼ਾਹਤ, ਇੱਕ ਪਾਤਸ਼ਾਹੀ, ਇੱਕ ਰਾਜ ਜਿਹੜਾ ਸਦੀਵੀ ਹੈ, ਉਹ ਕਿਹੜਾ ਆ? ਕਾਇਮ ਦਾਇਮ ਸਦਾ ਪਾਤਸ਼ਾਹੀ, ਦੋ ਮਨਾ ਸੇਮ ਇੱਕ ਸੁਆਹੀ। ਆਬਾਦਾਨ ਸਦਾ ਮਸ਼ਹੂਰ, ਉਹਾਂ ਗਨੀ ਵਸਹਿ ਮਾਮੂਰ, ਤਿਉ ਤਿਉ ਸੈਲ ਕਰੈ ਜੋ ਭਾਵੇ, ਮਹਰਮ ਮਹਿਲ ਨਾ ਕੋਟ ਕਾਵੇ। ਇੱਕ ਉਹ ਰਾਜ ਹੈ। ਇਸ ਕਰਕੇ ਰਾਜਾ ਸ਼ਬਦ ਪਰਮਾਤਮਾ ਲਈ ਵੀ ਵਰਤਿਆ ਗਿਆ ਆ। ਔਰ ਖਾਸ ਕਰਕੇ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਸ਼ਬਦਾਂ ਦੇ ਵਿੱਚ ਰਾਮ ਦੇ ਨਾਮ ਦੇ ਨਾਲ ਜਦ ਕਿਤੇ ਅੱਗੇ ਰਾਜਾ ਆਵੇ ਤਾਂ ਇਹ ਮਤ ਸਮਝਣਾ ਕਿ ਸ਼ਾਇਦ ਇਹ ਰਾਜੇ ਰਾਮਚੰਦਰ ਦੀ ਗੱਲ ਆ। ਇਹ ਗੱਲ ਜਿਹੜੀ ਹੈ, ਇਹ ਨਾਮ ਜਿਹੜਾ ਆ, ਇਹ ਸੋਭਾ ਜਿਹੜੀ, ਇਹ ਵਡਿਆਈ ਜਿਹੜੀ ਹੈ, ਇਹ ਅਕਾਲ ਪੁਰਖ ਦੀ ਹੈ। ਹੁਣ ਇਸ ਤੋਂ ਜ਼ਿਆਦਾ ਸਪਸ਼ਟ ਮਹਾਰਾਜ ਜੀ ਕੀ ਕਰ ਦੇਣ? ਪਾਵਨ ਅੰਮ੍ਰਿਤ ਬਾਣੀ ਦੇ ਵਿੱਚ ਜਿਹੜੇ ਸ਼ਲੋਕ ਸ਼ੁਰੂ ਹੁੰਦੇ ਆ, ਪਹਿਲਾ ਸ਼ਲੋਕ ਇਹੀ ਹੈ, रविदास हमारे राम जी, दशरथ कर सुत नाहे, राम हम मह रम रहियो, विश्व कटुंब माहे। इत्थे महाराज जी ने स्पष्ट कर दिता कि मेरा राम दशरथ पुत्र रामचंद्र नहीं, मैं किस राम की आराधना करदा आ जिहड़ा साडे अंदर रमिया होया आ, मैं उस राम की आराधना करदा आ। मेरे ख्याल नाल राजा राम ये
ਸਾਨੂੰ ਕਾਫੀ ਹੱਦ ਤੱਕ ਕਲੀਅਰ ਹੋ ਗਿਆ ਹੋਵੇਗਾ। ਜੇ ਅਜੇ ਵੀ ਨਹੀਂ ਹੋਇਆ ਤੇ ਆਪ ਸਤਿਗੁਰਾਂ ਦੀ ਬਾਣੀ ਨੂੰ ਪੜ੍ਹੋ, ਆਪ ਪੜ੍ਹੋ, ਅਰਥਾਂ ਦੀ ਵਿਚਾਰ ਕਰੋ, ਸ਼ਬਦ ਦੀ ਵਿਚਾਰ ਕਰੋ। ਸ਼ਬਦ ਤੇ ਆਉਂਦੇ ਆ, ਤ੍ਰਿਗ ਤ੍ਰਿਗ ਜੀਵਨ ਰਾਜੇ ਰਾਮ ਬਿਨਾ, ਅੱਗੇ ਟੇਕ, ਦੇਖ ਨੈਣ ਬਿਨ। ਰੱਬ ਦੇ ਨਾਮ ਤੋਂ ਬਿਨਾ, ਨਾਮ ਦੀ ਕਮਾਈ ਤੋਂ ਬਿਨਾ ਸਾਡਾ ਜੀਵਨ ਕੈਸਾ? ਜਿਹੜਾ ਆਪਣਾ ਪਹਿਲਾ ਸਵਾਲ ਸੀ ਵੀ ਜੀਵਨ ਤਾਂ ਸਾਰਿਆਂ ਦਾ ਚੱਲਦਾ। ਮਹਾਰਾਜ ਜੀ ਕਹਿੰਦੇ ਦੇਖ ਨੈਣ ਬਿਨ, ਉਹ ਜੀਵਨ ਕੈਸਾ ਆ ਸਰੀਰ ਹੈ ਨਾ, ਕੋਈ ਸਰੀਰ ਲੈ ਲਓ, ਮੇਰਾ ਰਹਿਣ ਦਿਓ, ਕੋਈ ਸਰੀਰ ਲੈ ਲਓ, ਦੇਖਣ ਦੇ ਵਿੱਚ ਸੋਹਣਾ ਆ, ਖੂਬਸੂਰਤ ਆ, ਔਰ ਮੰਨ ਲਓ ਵੀ ਉਹ ਸਰੀਰ ਦੀਆਂ ਅੱਖਾਂ ਹੀ ਨਹੀਂ ਆ, ਤਾਂ ਫਿਰ ਉਹ ਸਰੀਰ ਕੈਸਾ ਲੱਗੇਗਾ? ਖੌਫ ਆਉਂਦਾ ਕਈ ਵਾਰੀ। ਏਦਾਂ ਦਾ ਜੀਵਨ ਆ ਰੱਬ ਦੇ ਨਾਮ ਤੋਂ ਬਿਨਾਂ। ਜੀਵਨ ਤਾਂ ਹੈ, ਸਾਹ ਤਾਂ ਚੱਲ ਰਹੇ ਆ, ਅਸੀਂ ਚੱਲ ਫਿਰ ਰਹੇ ਹਾਂ, ਸੋਚ ਰਹੇ ਹਾਂ, ਵਿਚਾਰ ਰਹੇ ਹਾਂ, ਖਾ ਰਹੇ ਹਾਂ, ਪੀ ਰਹੇ ਹਾਂ, ਲੇਕਿਨ ਇੱਕ ਅੱਖਾਂ ਚਲੇ ਗਈਆਂ। ਹੁਣ ਅੱਖਾਂ ਤੋਂ ਬਿਨਾਂ ਜੀਵਨ ਕਿੱਦਾਂ ਦਾ? ਮਹਾਰਾਜ ਜੀ ਕਹਿੰਦੇ ਬਸ ਏਦਾਂ ਦਾ ਜੀਵਨ ਰੱਬ ਦੇ ਨਾਮ ਤੋਂ ਬਿਨਾਂ ਆ। ਦੇਖ ਨੈਣ ਬਿਨ। ਤੇ ਮਹਾਰਾਜ ਜੀ ਨੇ ਹੋਰ ਗਾਂ ਸਮਝਾਇਆ, ਕਹਿੰਦੇ ਜੇ ਅਜੇ ਵੀ ਨਹੀਂ ਸਮਝ ਲੱਗੀ ਤਾਂ ਭਾਈ ਫਿਰ ਇਹ ਵੀ ਸੁਣ ਲਓ, ਚੰਦ ਰੈਣ ਬਿਨ, ਚੰਦਰਮਾ ਰਾਤ ਤੋਂ ਬਿਨਾਂ। ਹੁਣ ਰਾਤ ਨਹੀਂ ਹੈ ਤੇ ਚੰਦਰਮਾ ਨੂੰ ਕੌਣ ਪੁੱਛੇ ਜੀ? ਹੈ ਕੋਈ ਚੰਦਰਮਾ ਦੀ ਪਹਿਚਾਣ? ਜੇ ਰਾਤ ਹੀ ਨਹੀਂ ਤੇ ਚੰਦਰਮਾ ਦੀ ਕੀ ਪਹਿਚਾਣ? ਦੇਖੋ, ਚੰਦਰਮਾ ਨੂੰ ਇੱਕ ਖੂਬਸੂਰਤੀ ਦਾ ਨਮੂਨਾ ਕਿਹਾ ਗਿਆ ਆ, ਸਿੰਬਲ ਆਫ ਬਿਊਟੀ। ਜਦ ਵੀ ਨਾ ਕਿਸੇ ਨੇ ਕਿਸੇ ਦੇ ਸੋਹਣੇਪਨ ਦੀ ਗੱਲ ਕਰਨੀ ਹੋਵੇ ਨਾ, ਤਾਂ ਫਿਰ ਉਹ ਆਮ ਇੱਕ ਉਦਾਹਰਨ ਦਿੰਦਾ ਆ ਵੀ ਭਾਈ ਤੂੰ ਚੰਦ ਵਰਗਾ ਆ। ਕਿਹੜੀ ਉਦਾਹਰਨ ਦਿੰਦਾ ਆ? ਉਹ ਚੰਦਰਮਾ ਦੇ ਨਾਲ ਉਹਦੀ ਖੂਬਸੂਰਤੀ ਦਾ ਮੁਕਾਬਲਾ ਕਰਦਾ ਆ। ਤੇ ਜੇ ਰਾਤ ਨਾ ਹੋਵੇ ਤੇ ਚੰਦਰਮਾ ਦੀ ਕੋਈ ਪਹਿਚਾਣ ਹੈ ਨਹੀਂ। ਦੇਖ ਨੈਣ ਬਿਨ ਚੰਦ ਰੈਣ ਬਿਨ, ਜਿਉ ਮੀਨਾ ਗਹਿਰੋ ਜਲੇ ਬਿਨਾ। ਇੱਕ ਮੱਛੀ, ਉਹਦੇ ਵਿੱਚ ਪਤਾ ਨਹੀਂ ਕਿਤਨੇ ਕ ਮਾਲਕ ਨੇ ਰੰਗ ਭਰੇ ਆ, ਕਿਤਨੀ ਕੁ ਖੂਬਸੂਰਤੀ ਉਹਨੂੰ ਬਖਸ਼ਿਸ਼ ਕੀਤੀ ਹੈ। ਕਈ ਵਾਰ ਦੇਖਦੇ ਆ ਕਈਆਂ ਨੇ ਘਰਾਂ ਵਿੱਚ ਫਿਸ਼ ਐਕੁਏਰੀਅਮ ਰੱਖੇ ਹੁੰਦੇ ਨਾ, ਉਹਦੇ ਵਿੱਚ ਮੱਛੀਆਂ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਮੱਛੀਆਂ, ਖੂਬਸੂਰਤ, ਬਹੁਤ ਸੋਹਣੀਆਂ ਸੋਹਣੀਆਂ ਮੱਛੀਆਂ ਰੱਖੀਆਂ ਹੁੰਦੀਆਂ ਆ। ਔਰ ਉਹਨਾਂ ਮੱਛੀਆਂ ਨੂੰ ਦੇਖ ਕੇ ਕਈ ਵਾਰੀ ਮਨ ਬੜਾ ਖੁਸ਼ ਹੁੰਦਾ ਆ। ਉਹਨਾਂ ਨੂੰ ਦੇਖਦੇ ਰਹੀਦਾ, ਦੇਖਦੇ ਰਹੀਦਾ, ਜਦੋਂ ਦੇਖਣ ਲੱਗੀ ਤਾਂ ਕਈ ਵਾਰ ਨਿਗਾਹ ਨਹੀਂ ਹਟਦੀ। ਜਿਵੇਂ ਮਹਾਰਾਜ ਜੀ ਕਹਿੰਦੇ ਮੱਛੀ ਪਾਣੀ ਤੋਂ ਬਿਨਾਂ ਅਧੂਰੀ ਹੈ, ਇਹ ਸਰੀਰ ਅੱਖਾਂ ਤੋਂ ਬਿਨਾਂ ਅਧੂਰਾ ਆ। ਚੰਦਰਮਾ ਰਾਤ ਤੋਂ ਬਿਨਾਂ ਅਧੂਰਾ, ਭਾਈ ਅਸੀਂ ਰੱਬ ਦੇ ਨਾਮ ਤੋਂ ਬਿਨਾਂ ਅਧੂਰੇ ਆ। ਹਸਤੀ ਸੁੰਡ ਬਿਨ ਹਾਥੀ। ਹਸਤੀ ਕਿਆ? ਹਾਥੀ। ਹਾਥੀ ਦੇਖੋ ਇੱਕ ਐਡਾ ਤਾਕਤਵਰ ਜਾਨਵਰ ਆ। ਉਹ ਭਾਰੇ ਤੋਂ ਭਾਰਾ ਜਿਹੜਾ ਬੋਝ ਹੈ ਨਾ, ਬੜੇ ਆਰਾਮ ਦੇ ਨਾਲ ਚੱਕ ਲੈਂਦਾ ਹੈ। ਚੱਕਦਾ ਕਾਹਦੇ ਨਾਲ ਹੈ? ਆਪਣੀ ਸੁੰਡ ਦੇ ਨਾਲ। ਹਸਤੀ ਸੁੰਡ ਬਿਨ, ਤੇ ਜੇ ਮਹਾਰਾਜ ਜੀ ਕਹਿੰਦੇ ਉਹਦੀ ਸੁੰਡ ਹੀ ਨਾ ਹੋਵੇ, ਜਿੱਦਾਂ ਆਪਣੀ ਸੁੰਡ ਤੋਂ ਬਿਨਾ ਹਾਥੀ ਅਧੂਰਾ ਹੈ। ਪੰਖੀ ਪੰਖ ਬਿਨ ਆਕਾਸ਼ ਦੇ ਵਿੱਚ ਉਡਾਰੀਆਂ ਮਾਰਦਾ ਹੋਇਆ ਪੰਛੀ ਬੜਾ ਵਧੀਆ ਲੱਗਦਾ, ਬੜਾ ਖੂਬਸੂਰਤ ਲੱਗਦਾ ਹੈ। ਹੁਣ ਪੰਛੀ ਨੂੰ ਕਹੀਏ ਕਿ ਭਾਈ ਤੂੰ ਬੜਾ ਖੂਬਸੂਰਤ ਹੈ, ਖੁਸ਼ ਹੋਏਗਾ। ਅਸੀਂ ਕਿਹਾ ਵੀ ਉਡਾਰੀ ਮਾਰ ਕੇ ਦੇਖਾ, ਉਹ ਉਡਾਰੀ ਮਾਰ ਕੇ ਦਿਖਾਉਂਦਾ, ਅਸੀਂ ਉਹਦੇ ਪੰਖ ਹੀ ਕੱਟ ਦਈਏ ਤੇ ਕਿਆ ਉਹ ਉਡਾਰੀ ਮਾਰ ਸਕਦਾ ਹੈ? ਫਿਰ ਉਹਨੂੰ ਪੰਛੀ ਕੌਣ ਕਹੇਗਾ? ਪੰਛੀ ਕਿਹਨਾਂ ਨੂੰ ਕਹਿੰਦੇ? ਜਿਹੜੇ ਆਕਾਸ਼ ਦੇ ਵਿੱਚ ਉੱਡਦੇ ਆ, ਉਹਨਾਂ ਨੂੰ ਪੰਛੀ ਕਿਹਾ ਜਾਂਦਾ।
ਹਸਤੀ ਸੁੰਡ ਬਿਨ ਪੰਖੀ ਪੰਖ ਬਿਨ, ਜੋਏ ਸੋਏ ਮੰਦਰ ਦੀਪ ਬਿਨਾ। ਜਿਵੇਂ ਇੱਕ ਮੰਦਰ ਜਿਹੜਾ ਆ, ਇੱਕ ਘਰ ਜਿਹੜਾ ਆ, ਉਹ ਚਾਨਣ ਤੋਂ ਬਿਨਾ ਅਧੂਰਾ, ਇੱਦਾਂ ਹੀ ਸਾਡਾ ਜੀਵਨ ਆ, ਇਹ ਰੱਬ ਦੇ ਨਾਮ ਤੋਂ ਬਿਨਾ ਅਧੂਰਾ ਆ। ਮਾਨੋ ਕਿ ਅਸੀਂ ਆਪਣਾ ਘਰ ਬਣਾਇਆ, ਵਧੀਆ ਮਾਰਬਲ ਲਾਇਆ, ਇਟਾਲੀਅਨ ਮਾਰਬਲ ਲਾਇਆ, ਜਾਪਾਨੀ ਮਾਰਬਲ ਲਾਇਆ, ਬਹੁਤ ਵਧੀਆ ਉਹਨੂੰ ਰੰਗ ਰੋਗਨ ਕੀਤਾ, ਬੜੇ ਵਧੀਆ ਵਧੀਆ ਡਿਜ਼ਾਈਨ ਪਾਏ, ਖੂਬਸੂਰਤ ਤੋਂ ਖੂਬਸੂਰਤ, ਮਹਿੰਗੇ ਤੋਂ ਮਹਿੰਗਾ ਫਰਨੀਚਰ ਲਿਆ ਕੇ ਰੱਖਿਆ, ਬੜੇ ਵਧੀਆ ਵਧੀਆ ਪਰਦੇ ਲਗਾਏ, ਸਾਰਾ ਕੁਝ ਵਧੀਆ ਕੀਤਾ। ਤੇ ਅਸੀਂ ਉਸ ਕਮਰੇ ਦੀ ਕੀਮਤ ਨਿਰਧਾਰਿਤ ਕੀਤੀ ਵੀ ਭਾਈ ਇਹ 20 ਲੱਖ ਰੁਪਏ ਦਾ ਕਮਰਾ ਇੱਕ ਤਿਆਰ ਹੋਇਆ। 20 ਲੱਖ ਦਾ ਕਮਰਾ ਤਿਆਰ ਹੋਇਆ। ਅਗਲਾ ਆਇਆ, ਕਹਿਣ ਲੱਗਾ ਵੀ ਲੈ ਵੀ ਆ ਤਾਂ ਬੜਾ ਖੂਬਸੂਰਤ ਕਮਰਾ ਤਿਆਰ ਕੀਤਾ, ਇਹ ਤਾਂ ਬਹੁਤ ਵਧੀਆ ਆ। ਜਿਉਂ ਹੀ ਸ਼ਾਮ ਪਈ ਤੇ ਅਗਲੇ ਨੇ ਕਿਹਾ ਭਾਈ ਵੀ ਇਹ ਤੇ ਚਾਨਣ ਕਰੋ, ਲਾਈਟ ਜਗਾਓ, ਤੇ ਅਸੀਂ ਉਹਨੂੰ ਕਹਿ ਦਿੱਤਾ ਵੀ ਲਾਈਟ ਨਹੀਂ ਹੈ, ਇੱਥੇ ਲਾਈਟ ਨਹੀਂ ਆਉਣੀ, ਬਸ ਇੱਦਾਂ ਹੀ ਹਨੇਰਾ ਰਹਿਣਾ ਆ। ਤੇ ਅਗਲਾ ਕਹੇਗਾ ਕਿੰਨੇ ਕਹੇ ਸੀ ਜੀ? 20 ਲੱਖ। ਮੈਂ 20 ਰੁਪਏ ਦੇਣ ਲਈ ਤਿਆਰ ਨਹੀਂ। ਮੈਂ ਇਸ ਇਟਾਲੀਅਨ ਮਾਰਬਲ ਨੂੰ ਕੀ ਕਰਨਾ, ਮੈਂ ਇਸ ਜਾਪਾਨੀ ਸਾਮਾਨ ਨੂੰ ਕੀ ਕਰਨਾ, ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਕਰਨਾ, ਇਹ ਰਹਿਣ ਦੇ ਯੋਗ ਹੀ ਨਹੀਂ। ਚਾਨਣ ਤੋਂ ਬਿਨਾ ਜਿਵੇਂ ਭਾਈ ਉਹ ਲੱਖਾਂ ਦਾ ਕਮਰਾ ਅਧੂਰਾ ਆ, ਉਹ ਘਰ ਅਧੂਰਾ ਆ, ਉਹ ਮੰਦਰ ਅਧੂਰਾ ਆ, ਇਸੇ ਪ੍ਰਕਾਰ ਰੱਬ ਦੇ ਨਾਮ ਤੋਂ ਬਿਨਾ ਤੇ ਗੁਰੂ ਦੀ ਬਾਣੀ ਤੋਂ ਬਿਨਾ ਸਾਡਾ ਜੀਵਨ ਅਧੂਰਾ ਆ। ਅਸੀਂ ਭਾਵੇਂ ਜਿਤਨਾ ਮਰਜੀ ਖੂਬਸੂਰਤ ਤਰੀਕੇ ਦੇ ਨਾਲ ਆਪਣੇ ਸਰੀਰ ਨੂੰ ਸਜਾ ਲਈਏ, ਲੇਕਿਨ ਗੁਰੂ ਪਿਆਰੀ ਸਾਧ ਸੰਗਤ ਜੀ, ਜੇ ਅੰਦਰ ਗਿਆਨ ਨਹੀਂ ਹੈ ਨਾ ਤਾਂ ਕੁਛ ਵੀ ਨਹੀਂ ਹੈ। ਜਿਹੜਾ ਗੁਣ ਹੈ ਨਾ, ਅਜੇ ਕੱਲ੍ਹ ਹੀ ਸੇਵਾਦਾਰ ਬੈਠੇ ਸੀ ਤੇ ਸੇਵਾਦਾਰਾਂ ਨਾਲ ਵਿਚਾਰ ਚੱਲ ਰਹੀ ਸੀ। ਗੁਣ ਜਿਹੜਾ ਨਾ, ਉਹਦੀ ਇੱਕ ਆਪਣੀ ਹੀ ਕੀਮਤ ਹੁੰਦੀ ਹੈ, ਉਹਦੀ ਆਪਣੀ ਕੀਮਤ ਹੈ। ਇੱਕ ਆਦਮੀ, ਉਹਨੂੰ 10,000 ਰੁਪਏ ਦਾ ਸੂਟ ਪਹਿਨਿਆ, 5,000 ਰੁਪਏ ਦੇ ਸ਼ੂ ਪਹਿਨੇ, ਹੱਥ ਵਿੱਚ ਬਹੁਤ ਵਧੀਆ ਗੋਲਡਨ ਜਾਂ ਵਾਈਟ ਗੋਲਡ ਦਾ ਬ੍ਰੈਸਲੇਟ ਆ, ਬੜਾ ਕੁਛ ਉਹਨੇ ਪਹਿਨਿਆ। ਲੇਕਿਨ ਉਹਨੂੰ ਅਕਲ ਨਹੀਂ ਹੈ। ਉਹ ਪਾਗਲਾਂ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਆ। ਪੈਸਾ ਕੋਲ ਹੈ, ਮਾਂ-ਬਾਪ ਦੇ ਨਾਲ, ਪੈਸੇ ਦੇ ਨਾਲ ਉਹਨੂੰ ਸਜਾ ਦਿੱਤਾ, ਲੱਖਾਂ ਦੇ ਗਹਿਣੇ ਪਹਿਨਾ ਦਿੱਤੇ, ਹਜ਼ਾਰਾਂ ਰੁਪਇਆ ਦੇ ਕੱਪੜੇ ਪਹਿਨਾ ਦਿੱਤੇ, ਲੇਕਿਨ ਪਾਗਲ ਹੈ। ਔਰ ਇੱਕ ਪਾਸੇ ਉਹਦੇ ਮੁਕਾਬਲੇ ਦੂਸਰਾ ਇਨਸਾਨ ਖੜਾ ਆ, ਬਿਲਕੁਲ 50-60-100 ਰੁਪਏ ਦਾ ਉਹਨੇ ਪਹਿਰਾਵਾ ਪਹਿਨਿਆ ਹੋਇਆ, ਸਾਦਾ ਜਿਹਾ ਪਹਿਰਾਵਾ ਆ, ਪੱਲੇ ਵਿਚਾਰੇ ਦੇ ਕੋਲ ਕੁਛ ਨਹੀਂ, ਲੇਕਿਨ ਗਿਆਨ ਬੜਾ ਆ। ਤੇ ਸਾਨੂੰ ਜਦ ਕੋਈ ਮਦਦ ਚਾਹੀਦੀ ਹੋਵੇ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਪਹਿਲ ਕਿਹਨੂੰ ਦੇਵਾਂਗੇ? ਜਿਹਦੇ ਕੋਲ ਗਿਆਨ ਹੈ, ਜਿਹਦੇ ਕੋਲ ਮੱਤ ਹੈ। ਅੱਜ ਵੀ ਜਿਨ੍ਹਾਂ ਦੇ ਕੋਲ ਗੁਣ ਹੈ ਨਾ, ਉਹ ਭਾਵੇਂ ਜਿੱਥੇ ਮਰਜੀ ਬੈਠੇ ਹੋਣ, ਲੋਕ ਉਹਨਾਂ ਦੇ ਗੁਣਾਂ ਦੀ ਕਦਰ ਕਰਦੇ ਹੋਏ ਉਹਨਾਂ ਦੇ ਕੋਲ ਪਹੁੰਚ ਜਾਂਦੇ ਆ। ਇਹ ਆਮ ਸਿਆਣਿਆਂ ਦੀ ਕਹਾਵਤ ਹੈ, ਕਿਉਂਕਿ ਜਿਹੜੀ ਸਿਆਣਿਆਂ ਦੀ ਕਹਾਵਤਾਂ ਹੁੰਦੀਆਂ ਨਾ, ਉਹ ਬੜੀਆਂ ਅਸਰਦਾਰ ਹੁੰਦੀਆਂ ਔਰ ਸਾਨੂੰ ਮੰਨਣੀਆਂ ਵੀ ਚਾਹੀਦੀਆਂ ਆ, ਕਿਉਂਕਿ ਕਿਤੇ ਨਾ ਕਿਤੇ ਜਾ ਕੇ ਅਸੀਂ ਉਹ ਕਹਾਵਤਾਂ ਤੇ ਆ ਜਾਂਦੇ ਹਾਂ। ਸਾਡੀਆਂ तमाम ਗਲਤੀਆਂ ਉਸ ਕਹਾਵਤ ਤੇ ਆ ਕੇ ਟਿਕ ਜਾਂਦੀਆਂ ਵੀ ਸਿਆਣੇ ਨੇ ਆ ਕਿਹਾ ਸੀ, ਆ ਕੀਤਾ ਹੁੰਦਾ ਤਾਂ ਸ਼ਾਇਦ
ਅੱਜ ਇਹ ਦਿਨ ਨਾ ਦੇਖਣਾ ਪੈਂਦਾ। ਕਈ ਵਾਰ ਲੋਕ ਜਦ ਰਿਸ਼ਤਾ ਕਰਦੇ ਨਾ, ਔਰ ਸਿਆਣਿਆਂ ਦੀ ਕਹਾਵਤ ਕੀ ਸੀ, ਲਓ ਜੀ ਕੋਈ ਗੱਲ ਨਹੀਂ, ਰੰਗ ਤਾਂ ਦੋ ਹੀ ਹੈ ਰੱਬ ਨੇ ਬਣਾਏ, ਬਸ ਮਤ ਹੋਣੀ ਚਾਹੀਦੀ ਹੈ, ਗੁਣ ਹੋਣਾ ਚਾਹੀਦਾ ਹੈ। ਸਿਆਣੇ ਇਹ ਸੋਚ ਲੈ ਕੇ ਚੱਲਦੇ ਸੀ। ਉਹ ਰੰਗ ਰੂਪ ਨਹੀਂ ਇੰਨਾ ਦੇਖਿਆ ਕਰਦੇ ਸੀ, ਉਹ ਕਿਸੇ ਦੀ ਮਤ ਨੂੰ ਦੇਖਦੇ ਸੀ, ਕਿਸੇ ਦੇ ਘਰਦਿਆਂ ਦੇ ਸੰਸਕਾਰ ਦੇਖਦੇ ਹੁੰਦੇ ਸੀ, ਤਾਂ ਜਾ ਕੇ ਰਿਸ਼ਤਾ ਕਰ ਦਿੰਦੇ ਸੀ। ਲੇਕਿਨ ਅੱਜ ਦਾ ਦੌਰ ਇੱਦਾਂ ਦਾ ਨਹੀਂ ਹੈ। ਅੱਜ ਦਾ ਦੌਰ ਕੈਸਾ ਆ, ਅੱਜ ਅਗਲੇ ਕਹਿੰਦੇ ਭਾਈ ਖੂਬਸੂਰਤੀ ਜ਼ਿਆਦਾ ਹੋਣੀ ਚਾਹੀਦੀ ਹੈ, ਮਤ ਕੋਈ ਗੱਲ ਨਹੀਂ। ਖੂਬਸੂਰਤੀ ਨੂੰ ਪਹਿਲ ਦਿੰਦੇ, ਰੰਗ ਰੂਪ ਨੂੰ ਪਹਿਲ ਦਿੰਦੇ ਆ। ਰੰਗ ਰੂਪ ਨੂੰ ਪਹਿਲ ਦੇ ਕੇ ਅਸੀਂ ਰਿਸ਼ਤਾ ਕਰ ਲਿਆ, ਵਿਆਹ ਹੋ ਗਿਆ, ਲੇਕਿਨ 4 ਮਹੀਨਿਆਂ ਦੇ ਵਿੱਚ ਇਹ ਸਭ ਯਾਦ ਆ ਜਾਂਦਾ ਵੀ ਸਿਆਣੇ ਸਹੀ ਕਹਿੰਦੇ ਸੀ ਵੀ ਗੁਣ ਹੋਣਾ ਚਾਹੀਦਾ। ਹੁਣ ਮੈਂ ਇਹਦੇ ਰੰਗ ਰੂਪ ਨੂੰ ਕੀ ਕਰਾਂ ਭਾਈ, ਜਦ ਪਰਿਵਾਰ ਦੇ ਵਿੱਚ ਚੈਨ ਹੀ ਨਹੀਂ ਹੈ, ਸੁੱਖ ਹੀ ਨਹੀਂ ਹੈ, ਸ਼ਾਂਤੀ ਹੀ ਨਹੀਂ। ਰੂਪ ਦਾ ਨਸ਼ਾ 4 ਦਿਨ ਦੇ ਵਿੱਚ ਉਤਰ ਜਾਂਦਾ ਆ, ਲੇਕਿਨ ਜਿਹੜਾ ਗੁਣ ਆ ਨਾ ਉਹ ਸਾਰੀ ਉਮਰ ਰਹਿੰਦਾ ਕੋਲ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ, ਜੇਕਰ ਭਾਈ ਆ ਜੀਵਨ ਮਾਲਕ ਨੇ ਸਾਨੂੰ ਦਿੱਤਾ ਨਾ, ਤਾਂ ਗੁਰੂ ਦੀ ਬਾਣੀ ਨਾਲ ਜੁੜ ਜਾਓ। ਗੁਰੂ ਦੀ ਬਾਣੀ ਦੇ ਵਿੱਚ ਗਿਆਨ ਹੈ, ਗੁਰੂ ਦੀ ਬਾਣੀ ਦੇ ਵਿੱਚ ਚਾਨਣ ਆ, ਔਰ ਇਹ ਜਿਹੜਾ ਚਾਨਣ ਆ, ਇਹ ਜਿਹੜਾ ਗਿਆਨ ਹੈ, ਇਹ ਸਾਡੇ ਜੀਵਨ ਨੂੰ ਰੌਸ਼ਨ ਕਰਦਾ ਆ। ਔਰ ਰੌਸ਼ਨ ਹੋਇਆ ਜੀਵਨ ਇੱਕ ਆਨੰਦ ਦੇ ਵਿੱਚ ਬਤੀਤ ਹੁੰਦਾ ਆ, ਔਰ ਅਗਿਆਨਤਾ ਦੇ ਵਿੱਚ, ਹਨੇਰੇ ਦੇ ਵਿੱਚ ਭਟਕਿਆ ਹੋਇਆ ਜੀਵਨ ਜਿਹੜਾ ਆ, ਉਹ ਕਦੇ ਇੱਥੇ ਮੱਥੇ ਟੇਕਦਾ, ਕਦੇ ਉੱਥੇ ਟੇਕਦਾ, ਕਦੇ ਉੱਥੇ, ਕਦੇ ਉੱਥੇ, ਹਜ਼ਾਰਾਂ ਜਗ੍ਹਾ ਤੇ ਮੱਥੇ ਟੇਕੇ, ਲੇਕਿਨ ਸੁੱਖ ਅਜੇ ਵੀ ਨਹੀਂ, ਸੁੱਖ ਅਜੇ ਵੀ ਨਹੀਂ। ਇਹ ਮੱਥੇ ਟੇਕਣ ਦੀ ਵਿਚਾਰ ਕਿਤੇ ਇੱਕ ਸਤਸੰਗ ਦੇ ਵਿੱਚ ਪੂਰੀ ਕਰਾਂਗੇ। ਕਹਿ ਤਾਂ ਦਿੰਦੇ ਆ, ਉਹ ਲਓ ਜੀ ਕੋਈ ਗੱਲ ਨਹੀਂ, ਉਹ ਤਾਂ ਕਹਿੰਦੇ ਰਹਿੰਦੇ ਆ ਰੱਬ ਤਾਂ ਇੱਕੋ ਹੀ ਹੈ। ਰੱਬ ਹਮੇਸ਼ਾ ਇੱਕ ਆ ਤੇ ਇੱਕ ਹੀ ਰਹੇਗਾ, ਸਾਨੂੰ ਵੀ ਪਤਾ ਆ ਪਰਮਾਤਮਾ ਇੱਕ ਆ। ਲੇਕਿਨ ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਇਹ ਵੀ ਦੇਖਣਾ ਵੀ ਜਿੱਥੇ ਜਾ ਕੇ ਅਸੀਂ ਆਪਣੇ ਮੱਥੇ ਸੁੱਟੇ ਆ ਨਾ, ਉੱਥੋਂ ਗਿਆਨ ਕੀ ਦਿੱਤਾ ਜਾ ਰਿਹਾ ਆ। ਦੇਖਣ ਵਾਲੀ ਗੱਲ ਇਹ ਹੈ, ਸਾਡੇ ਇਹ ਇਤਰਾਜ਼ ਨਹੀਂ ਹੈ ਵੀ ਉੱਥੇ ਰੱਬ ਕੋਈ ਹੋਰ ਹੈ, ਉੱਥੇ ਉਹ ਰੱਬ ਇੱਕੋ ਹੀ ਹੈ, ਸਾਨੂੰ ਵੀ ਪਤਾ ਆ, ਇਹ ਗੁਰੂ ਮਹਾਰਾਜ ਜੀ ਨੂੰ ਵੀ ਪਤਾ ਆ। ਲੇਕਿਨ ਜਿੱਥੇ ਅਸੀਂ ਜਾ ਕੇ ਮੱਥੇ ਟੇਕਦੇ ਹਾਂ, ਗੱਲ ਇਹ ਆ ਵੀ ਉੱਥੋਂ ਸਾਨੂੰ ਵੰਡਿਆ ਕੀ ਜਾ ਰਿਹਾ ਆ, ਉੱਥੇ ਸਾਨੂੰ ਸਿਖਾਇਆ ਕੀ ਜਾ ਰਿਹਾ ਆ, ਉੱਥੇ ਸਾਨੂੰ ਦਿੱਤਾ ਕੀ ਜਾ ਰਿਹਾ ਆ, ਉੱਥੋਂ ਸਾਡੇ ਤੋਂ ਲਿਆ ਕੀ ਜਾ ਰਿਹਾ ਹੈ। ਵਿਚਾਰਨ ਵਾਲੀਆਂ ਗੱਲਾਂ ਇਹ ਹੈ। ਇਸ ਕਰਕੇ ਬਾਰ-ਬਾਰ ਬੇਨਤੀ ਕਰੀਦੀ ਹੈ ਵੀ ਭਾਈ ਆਓ, ਪਹਿਲਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਓ, ਗੁਰੂ ਜੀ ਤੋਂ ਆਪਾਂ ਗਿਆਨ ਤਾਂ ਲੈ ਲਈਏ। ਗਿਆਨ ਜਿਸ ਦਿਨ ਸਾਡੇ ਕੋਲ ਆ ਜਾਏਗਾ ਤੇ ਭਟਕਣਾ ਰਹਿਣੀ ਨਹੀਂ, ਫਿਰ ਭਟਕਣਾ ਨਹੀਂ ਰਹਿਣੀ। ਹਸਤੀ ਸੁੰਡ ਬਿਨ ਪੰਖੀ, ਪੰਖ ਬਿਨ ਜੋਇ ਸੋਏ ਮੰਦਰ, ਦੀਪ ਬਿਨਾ, ਇੱਕ ਮੰਦਰ ਚਾਨਣ ਤੋਂ ਬਿਨਾ ਅਧੂਰਾ ਸਾਡਾ ਜੀਵਨ। ਗੁਰੂ ਦੀ ਬਾਣੀ, ਗੁਰੂ ਦੇ ਗਿਆਨ ਤੋਂ ਬਿਨਾ, ਪਰਮਾਤਮਾ ਦੇ ਨਾਮ ਤੋਂ ਬਿਨਾ ਅਧੂਰਾ ਆ। ਜੈਸੇ ਬ੍ਰਾਹਮਣ ਵੇਦ ਵਿਹੋਣਾ, ਤੈਸੋ ਪ੍ਰਾਣੀ ਤੁਝ ਨਾਮ ਬਿਨਾ। ਬੇਸਵਾ ਕੋ ਸੁਤ ਕਾ ਕੋ ਕਹੀਏ, ਤੈਸੋ ਭਗਤ ਜਨ ਨਾਮ ਬਿਨਾ। ਇੱਕ ਬ੍ਰਾਹਮਣ, ਉਹਦੀ ਪਹਿਚਾਣ ਉਹਦੇ ਮੰਤਰ ਆ, ਵੇਦਾਂ ਦਾ ਗਿਆਨ ਹੈ। ਜੇ ਮਹਾਰਾਜ ਜੀ ਕਹਿੰਦੇ ਭਾਈ ਉਹਦੇ ਕੋਲ ਗਿਆਨ ਹੀ ਨਹੀਂ, ਤਾਂ ਫਿਰ ਬ੍ਰਾਹਮਣ ਕਾਹਦਾ। ਇੱਕ ਵੇਸ਼ਵਾ ਆ,
ਉਸ ਦੀ ਅਗਰ ਕੋਈ ਸੰਤਾਨ ਹੋ ਜਾਂਦੀ ਹੈ ਤਾਂ ਉਸ ਸੰਤਾਨ ਨੂੰ ਨਾਮ ਕੀ ਮਿਲੇਗਾ? ਜਿਸ ਤਰ੍ਹਾਂ ਇੱਕ ਵੇਸ਼ਵਾ ਦੀ ਸੰਤਾਨ ਹੈ, ਨਾਮ ਤੋਂ ਬਿਨਾਂ ਅਧੂਰੀ ਹੈ। ਇੱਕ ਬ੍ਰਾਹਮਣ ਆ, ਉਹਦੇ ਕੋਲ ਗਿਆਨ ਹੀ ਕੋਈ ਨਹੀਂ। ਮਹਾਰਾਜ ਜੀ ਕਹਿਣ ਲੱਗੇ, ਇਦਾਂ ਹੀ ਭਾਈ ਸਾਡਾ ਜੀਵਨ ਰੱਬ ਦੇ ਨਾਮ ਤੋਂ ਬਿਨਾਂ ਅਧੂਰਾ ਆ। ਆਗਾਮੀ ਪੰਕਤੀਆਂ, ਮੰਤਰ ਸੁਰਤ ਬਿਨ ਨਾਰੀ ਕੰਤ ਬਿਨ, ਜੈਸੋ ਧਰਤੀ ਇੰਦਰ ਬਿਨਾ, ਜਿਉ ਬ੍ਰਿਛਾ ਫਲ ਹੈ ਵਿਹੋਣਾ, ਤਿਉ ਪ੍ਰਾਣੀ ਤੁਝ ਪ੍ਰੇਮ ਬਿਨਾ। ਮੰਤਰ ਸੁਰਤ ਬਿਨ, ਮੰਤਰ ਕਹਿ ਲੋ, ਨਾਮ ਕਹਿ ਲੋ, ਸ਼ਬਦ ਕਹਿ ਲੋ, ਇਹ ਤਾਂ ਹੀ ਸਿੱਧ ਆ ਜੇ ਸਾਡੀ ਸੁਰਤ ਇਹਨਾਂ ਨਾਲ ਜੁੜਦੀ ਹੈ। ਹੁਣ ਮਹਾਰਾਜ ਜੀ ਤੇ ਕਹਿੰਦੇ ਸਾਰਾ ਦਿਨ ਰੱਬ ਰੱਬ ਕਰੋ। ਰੱਬ ਰੱਬ ਕਰਨ ਦਾ ਭਾਵ ਇੱਥੇ ਆਪਾਂ ਥੋੜਾ ਸਮਝਣ ਦਾ ਯਤਨ ਕਰੀਏ। ਸਾਰਾ ਦਿਨ ਨਾਮ ਜਪਣ ਦੀ ਜਦ ਗੱਲ ਆਉਂਦੀ, ਉੱਥੇ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਨਾਮ ਹੀ ਜਪਦੇ ਰਹੀਏ। ਸਤਨਾਮ ਸਤਨਾਮ, ਹਰੀ ਹਰੀ ਹਰੀ, ਸੋਹੰ ਸੋਹੰ ਸੋਹੰ, ਵਾਹਿਗੁਰੂ 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 ਵਾਹਿਗੁਰੂ। ਇੱਥੇ ਇਸ ਤਰ੍ਹਾਂ ਨਾਮ ਜਪਣ ਲਈ ਨਹੀਂ ਕਿਹਾ। ਨਾਮ ਜਪਣ ਦਾ ਭਾਵ ਹੈ, ਸਮਰਨ ਦਾ ਭਾਵ ਹੈ, ਸਿਮਰਨ ਦਾ ਭਾਵ ਹੈ ਉਸ ਮਾਲਕ ਨਾਲ ਜੁੜਨਾ, ਉਹਦੇ ਨਾਲ ਜੁੜਨਾ। ਹੁਣ ਸਾਰਾ ਦਿਨ ਜੀਭਾਂ ਤੇ ਰੱਬ ਦਾ ਨਾਮ ਚੱਲਦਾ ਹੋਵੇ, ਧਿਆਨ ਕਿਤੇ ਹੋਰ ਹੋਵੇ, ਜੁੜੇ ਅਸੀਂ ਹੈ ਨਹੀਂ ਤਾਂ ਫਾਇਦਾ ਹੈ ਕੋਈ ਵੀ ਕਾਰਜ ਕਰਨ ਲੱਗੇ ਪਹਿਲਾਂ ਸਤਿਗੁਰਾਂ ਨੂੰ ਯਾਦ ਕਰੀਏ ਕਿ ਸਤਿਗੁਰ ਜੀ ਆ ਕਾਰਜ ਕਰਨ ਲੱਗੇ ਆ, ਕਿਰਪਾ ਕਰਿਓ। ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਮਾਲਕ ਨੂੰ ਯਾਦ ਕਰੀਏ, ਮੇਰੇ ਮਾਲਕ, ਮੇਰੇ ਸਤਿਗੁਰ, ਮੇਰੇ ਮਾਲਕ, ਮੇਰੇ ਪਰਮਾਤਮਾ, ਮੇਰੇ ਵਾਹਿਗੁਰੂ ਜੀ, ਆ ਕਾਰਜ ਕਰਨ ਲੱਗੇ ਆ, ਕਿਰਪਾ ਕਰਿਓ, ਅੰਗ ਸੰਗ ਸਹਾਈ ਰਿਓ। ਔਰ ਕਾਰਜ ਕਰਦੇ ਕਰਦੇ ਨਾਮ ਜਪੋ ਨਾਲ। ਸਾਰੇ ਦਿਨ ਦਾ ਮਤਲਬ ਇਹ ਨਹੀਂ ਵੀ ਕੋਈ ਗੱਲ ਲੈ ਕੇ ਬਹਿ ਜਾਣਾ, ਬਸ ਸਾਡਾ ਜਿਹੜਾ ਮਨ ਹੈ ਨਾਲ ਉਹ ਵੀ ਹਾਜ਼ਰ ਹੋਵੇ ਤੇ ਸਾਡਾ ਜਿਹੜਾ ਧਿਆਨ ਹੈ ਉਹ ਵੀ ਰੱਬ ਨਾਲ ਜੁੜਿਆ ਹੋਵੇ। ਸਾਡਾ ਧਿਆਨ ਵੀ ਰੱਬ ਵੱਲ ਲੱਗਣਾ ਚਾਹੀਦਾ, ਮਾਲਕ ਨਾਲ ਜੁੜਨਾ ਚਾਹੀਦਾ ਹੈ। ਮੰਤਰ ਸੁਰਤ ਬਿਨ, ਕੋਈ ਵੀ ਮੰਤਰ ਜਾਂ ਸ਼ਬਦ ਆ ਜਦ ਤੱਕ ਸੁਰਤ ਨਹੀਂ ਜੁੜਦੀ ਤਦ ਤੱਕ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਉਹਦੀ ਤਾਕਤ ਹਾਸਲ ਨਹੀਂ ਹੋਏਗੀ। ਨਾਰੀ ਕੰਤ ਬਿਨ, ਇੱਕ ਔਰਤ ਜਿਹੜੀ ਹੈ ਜਾਂ ਇੱਕ ਮਰਦ ਜਿਹੜਾ ਆ, ਇਹ ਦੋਨੋਂ ਇੱਕ ਦੂਸਰੇ ਤੋਂ ਬਿਨਾਂ ਅਧੂਰੇ ਆ। ਜੈਸੋ ਧਰਤੀ ਇੰਦਰ ਬਿਨਾ, ਜਿਹੜੀ ਧਰਤੀ ਹੈ ਇਹ ਜਿਵੇਂ ਪਾਣੀ ਤੋਂ ਬਿਨਾਂ ਅਧੂਰੀ ਹੈ। ਹੁਣ ਮੰਨ ਲਓ ਕਿ ਇੱਥੇ ਮੀਂਹ ਨਾ ਪਵੇ ਤੇ ਧਰਤੀ ਦਾ ਕੀ ਹਾਲ ਹੋਏਗਾ? ਜੇ ਪਾਣੀ ਹੀ ਖਤਮ ਹੈ ਤਾਂ ਧਰਤੀ ਦਾ ਕੀ ਹਾਲ ਹੋਏਗਾ? ਕੁਛ ਵੀ ਨਹੀਂ। ਅੱਜ ਇੱਥੇ ਪਾਣੀ ਦੀ ਗੱਲ ਆਈ ਤੇ ਮੈਂ ਨਾਲ ਇਹ ਸਾਰੀ ਸੰਗਤ ਨੂੰ ਬੇਨਤੀ ਕਰ ਦੇਵਾਂ, ਸਾਡਾ ਕਾਂਸ਼ੀ ਚੈਨਲ ਦੇ ਮਾਧਿਅਮ ਦੇ ਰਾਹੀਂ, ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਇਸ ਚੈਨਲ ਨਾਲ ਜੁੜੀਆਂ ਹੋਈਆਂ ਆ, ਲੱਖਾਂ ਦੀ ਤਾਦਾਦ ਦੇ ਵਿੱਚ ਜੁੜੇ ਹੋਏ ਆ। ਔਰ ਇਹ ਬੇਨਤੀ ਹੈ ਕਿ ਜਿਹੜਾ ਪਾਣੀ ਹੈ ਇਹਦਾ ਸਤਿਕਾਰ ਜ਼ਰੂਰ ਕਰਿਆ ਕਰੋ, ਇਹਦੀ ਕਦਰ ਕਰਿਆ ਕਰੋ, ਕਿਉਂਕਿ ਪਾਣੀ ਨੂੰ ਸਿਰਫ ਔਰ ਸਿਰਫ ਬਚਾਇਆ ਜਾ ਸਕਦਾ ਆ, ਬਣਾਇਆ ਨਹੀਂ ਜਾ ਸਕਦਾ। ਕੁਦਰਤੀ ਸਰੋਤ ਜਿਹੜੇ ਆ ਉਹਨਾਂ ਨੂੰ ਸਿਰਫ ਔਰ ਸਿਰਫ ਬਚਾਇਆ ਜਾ ਸਕਦਾ, ਬਣਾਇਆ ਨਹੀਂ ਜਾ ਸਕਦਾ। ਬਚਾਅ ਦੇ ਵਿੱਚ ਸਾਡਾ ਬਚਾਅ ਹੈ। ਕਈ ਵਾਰੀ ਘਰਾਂ ਦੇ ਬਾਹਰ ਦੇਖੀਦਾ ਬਿਨਾਂ ਮਤਲਬ ਤੋਂ ਪਾਣੀ ਚੱਲਦੇ ਰਹਿੰਦੇ ਆ।
ਲੋਕ ਆਪਣੀ ਕਾਰ ਨੂੰ ਧੋਣ ਲਈ ਕਿੰਨਾ ਕਿੰਨਾ ਪਾਣੀ ਬਰਬਾਦ ਕਰ ਦਿੰਦੇ ਆ। ਆਪਣੇ ਸਿਰਫ ਹੱਥਾਂ ਨੂੰ ਧੋਣ ਲਈ, ਮੁੱਖ ਨੂੰ ਧੋਣ ਲਈ ਕਿੰਨਾ ਕਿੰਨਾ ਪਾਣੀ ਬਰਬਾਦ ਕਰ ਦਿੰਦੇ। ਕਦੇ ਇਹਨਾਂ ਗੱਲਾਂ ਨੂੰ ਵਿਚਾਰਿਆ ਕਰੋ। ਖਾਸ ਕਰਕੇ ਬੇਨਤੀ ਬੀਬੀਆਂ ਦੇ ਅੱਗੇ ਵੀ ਹੈ। ਪਹਿਲਾਂ ਸਾਡੇ ਜਿਹੜੇ ਸਿਆਣੇ ਲੋਕ ਸੀ ਨਾ, ਅੱਜ ਭਾਵੇਂ ਸਾਡਾ ਜਿਹੜਾ ਜੀਵਨ ਆ ਇੱਕ ਹਾਈ ਪ੍ਰੋਫਾਈਲ ਦੇ ਵਿੱਚ ਆ ਚੁੱਕਿਆ ਆ। ਅੱਜ ਉਹ ਜਿਹੜੇ ਪੁਰਾਣੀਆਂ ਗੱਲਾਂ ਨਾ ਸਾਨੂੰ ਬੜੀਆਂ ਹਲਕੀਆਂ ਲੱਗਦੀਆਂ ਆ, ਲੇਕਿਨ ਅੱਜ ਦੇ ਜੀਵਨ ਹਾਈ ਪ੍ਰੋਫਾਈਲ ਦੇ ਨਾਲੋਂ ਪਹਿਲੇ ਵਾਲਾ ਜੀਵਨ 100 ਗੁਣਾ ਵਧੀਆ ਸੀ। ਉਹ 100 ਗੁਣਾ ਵਧੀਆ ਸੀ। ਨਲਕਾ ਗੇੜ ਕੇ ਜ਼ਮੀਨ ਦੇ ਥੱਲਿਓਂ ਪਾਣੀ ਤਾਂ ਲੈ ਕੇ ਆਉਣਾ, ਇੱਕ ਬਾਲਟੀ ਭਰ ਲੈਣੀ, ਇੱਕ ਟੱਬ ਭਰ ਲੈਣਾ, ਭਾਂਡਿਆਂ ਨੂੰ ਪਹਿਲਾਂ ਚੰਗੀ ਤਰ੍ਹਾਂ ਮਾਂਜਣਾ ਔਰ ਉਹਦੇ ਤੇ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਉਹਨਾਂ ਨੂੰ ਧੋਣਾ ਤੇ ਬਾਅਦ ਵਿੱਚ ਉਹਨੂੰ ਪੂਰੇ ਬਾਲਟੀ ਦੇ ਵਿੱਚ ਧੋ ਲੈਣਾ। ਇੱਕ ਬਾਲਟੀ ਦੇ ਨਾਲ ਪੂਰੇ ਟੱਬਰ ਦਾ ਬਰਤਨ ਧੋ ਜਾਂਦੇ ਸੀ, ਵੱਡੇ ਟੱਬਰ ਸੀ। ਤੇ ਅੱਜ ਦਾ ਜਿਹੜਾ ਸਮਾਂ ਦੇਖੇ, ਗਿਲਾਸ ਧੋਣ ਲਈ ਵੀ ਅਸੀਂ ਕਿੰਨੀ ਮਾਤਰਾ 'ਚ ਪਾਣੀ ਬਰਬਾਦ ਕਰਦੇ। ਥੋੜ੍ਹਾ ਇਹਨਾਂ ਗੱਲਾਂ ਦੀ ਵੀ ਵਿਚਾਰ ਜ਼ਰੂਰੀ ਹੈ। ਜੈਸੋ ਧਰਤੀ ਇੰਦਰ ਬਿਨਾ, ਜਿਸ ਤਰ੍ਹਾਂ ਇਹ ਧਰਤੀ ਮਹਾਰਾਜ ਜੀ ਕਹਿੰਦੇ ਪਾਣੀ ਤੋਂ ਬਿਨਾ ਅਧੂਰੀ ਹੈ, ਬੰਜਰ ਹੈ, ਰਾਖ ਹੈ, ਇਸੇ ਪ੍ਰਕਾਰ ਗੁਰੂ ਪਿਆਰੀ ਸਾਧ ਸੰਗਤ ਜੀ ਸਾਡਾ ਜੀਵਨ ਰੱਬ ਦੇ ਨਾਮ ਤੋਂ ਬਿਨਾ ਅਧੂਰਾ ਆ। ਜਿਸ ਤਰ੍ਹਾਂ ਇੱਕ ਬ੍ਰਿਕਸ਼ ਜਿਹੜਾ ਆ ਉਹ ਫਲ ਤੋਂ ਬਿਨਾ ਅਧੂਰਾ ਆ। ਮਾਨੋ ਕਿ ਅਸੀਂ ਘਰ ਰੁੱਖ ਲਾਇਆ, ਰੁੱਖ ਲਗਾਇਆ, ਉਹਨੂੰ ਪਾਣੀ ਪਾਇਆ, ਉਹਨੂੰ ਖਾਦ ਪਾਈ, ਉਹਨੂੰ ਢੇਰ ਪਾਇਆ, ਬੜਾ ਉਹਦਾ ਧਿਆਨ ਰੱਖਿਆ, ਉਹਨੂੰ ਧੁੱਪ ਤੋਂ ਬਚਾਇਆ, ਲੋੜੀਂਦੀ ਧੁੱਪ ਉਹਨੂੰ ਦਿੱਤੀ ਵੀ। ਹੁਣ ਉਹ ਵੱਡਾ ਹੋ ਰਿਹਾ, ਜਿਉਂ-ਜਿਉਂ ਵੱਡਾ ਹੋ ਰਿਹਾ ਆ ਸਾਨੂੰ ਵੀ ਬੜੀ ਖੁਸ਼ੀ ਹੋ ਰਹੀ ਹੈ। ਅੱਜ 3 ਸਾਲ ਹੋ ਗਏ ਰੁੱਖ ਲਾਏ ਨੂੰ ਜਾਂ 4 ਸਾਲ ਹੋ ਗਏ। ਤੇ ਮਾਲੀ ਨੂੰ ਪੁੱਛਿਆ ਕਿ ਇਹਨੂੰ ਫਲ ਕਦ ਲੱਗੇਗਾ? ਉਹ ਕਹਿੰਦਾ ਜੀ 4-5 ਸਾਲ ਦਾ ਜਦੋਂ ਰੁੱਖ ਬਣ ਜਾਂਦਾ ਨਾ ਤਾਂ ਫਿਰ ਫਲ ਲੱਗ ਜਾਂਦਾ ਆ। ਹੁਣ 5 ਸਾਲ ਹੋ ਗਏ ਰੁੱਖ ਲੱਗ ਗਿਆ ਆ, ਫਲ ਕੋਈ ਨਹੀਂ ਆਇਆ। ਚਾਹੇ ਅੰਬ ਦਾ ਲਾਓ, ਅਮਰੂਦ ਦਾ ਲਾਓ, ਨਿੰਬੂ ਲਾ ਲਓ, ਕੋਈ ਲਾ ਲਓ। ਅਸੀਂ ਬੜੀ ਦੇਖਭਾਲ ਕੀਤੀ, ਬੜਾ ਉਹਦਾ ਧਿਆਨ ਰੱਖਿਆ, ਸਾਰਾ ਕੁਝ ਸਮੇਂ-ਸਮੇਂ ਤੇ ਪਾਇਆ, ਲੇਕਿਨ ਫਲ ਨਹੀਂ ਆਇਆ। ਫਲ ਨਹੀਂ ਆਇਆ ਤੇ ਅਸੀਂ ਉਹਨੂੰ ਉਡੀਕਿਆ ਵੀ ਸ਼ਾਇਦ ਅੱਜ ਆਏਗਾ, ਅੱਜ ਆਏਗਾ, ਅੱਜ ਆਏਗਾ। ਸਾਲ ਉੱਪਰ ਬੀਤ ਗਿਆ, ਫਲ ਨਹੀਂ ਆਇਆ। ਤੇ ਸਾਲ ਬਾਅਦ ਕੀ ਕਹਾਂਗੇ, ਇਹਨੂੰ ਪੱਟ ਕੇ ਬਾਹਰ ਸੁੱਟੋ। ਐਵੇਂ ਜਗ੍ਹਾ ਘੇਰੀ ਹੋਈ ਹੈ, ਫਲ ਤਾਂ ਕੋਈ ਲੱਗਦਾ ਨਹੀਂ। ਐਵੇਂ ਜਗ੍ਹਾ ਘੇਰੀ ਹੋਈ ਆ, ਫਲ ਤਾਂ ਇਹਨੂੰ ਕੋਈ ਲੱਗਿਆ ਹੀ ਨਹੀਂ। ਜਿਉਂ ਬ੍ਰਿਛਾ ਫਲ ਹੈ ਵੀ ਹੋਣਾ, ਜਿਸ ਤਰ੍ਹਾਂ ਇੱਕ ਰੁੱਖ ਜਿਹੜਾ ਆ ਮਹਾਰਾਜ ਜੀ ਕਹਿੰਦੇ ਉਹ ਫਲ ਤੋਂ ਬਿਨਾ ਅਧੂਰਾ ਆ, ਤਿਉਂ ਪ੍ਰਾਣੀ ਤੁਝ ਪ੍ਰੇਮ ਬਿਨਾ ਪਰਮਾਤਮਾ। ਮੇਰੇ ਸਤਿਗੁਰ ਜੀ ਤੁਹਾਡੇ ਪ੍ਰੇਮ ਤੋਂ ਬਿਨਾ ਇੱਥੇ ਅਸੀਂ ਅਧੂਰੇ ਬੈਠੇ ਹਾਂ। ਉਹਦੇ ਨਾਮ ਤੋਂ ਬਿਨਾ ਅਸੀਂ ਅਧੂਰੇ। ਜਦ ਕੋਈ ਫਲ ਲੈ ਕੇ ਆਈਦਾ ਨਾ, ਉਹਦੇ ਵਿੱਚ ਅਗਰ ਰਸ ਨਾ ਹੋਵੇ ਤਾਂ ਉਹ ਖਾਣ ਨੂੰ ਮਨ ਨਹੀਂ ਕਰਦਾ। ਛੋਟੀ ਜਿਹੀ ਚੀਜ਼ ਹੈ ਲੈਮਨ। ਬਾਜ਼ਾਰ ਜਾਈਦਾ ਨਾ, ਕਈ ਵਾਰ ਲੈਮਨ ਲੈਣ ਜਾਈਦਾ, ਨਿੰਬੂ ਲੈਣ ਜਾਈਦਾ, ਤੇ ਉਹ ਨਿੰਬੂ ਇੱਕ ਚੱਕ ਕੇ ਦੇਖਦੇ, ਦਬਾ ਕੇ ਦੇਖਦੇ ਵੀ ਇਹਦੇ ਵਿੱਚ ਰਸ ਕਿੰਨਾ ਕਿਆ। ਹੁਣ ਕਈ ਨਿੰਬੂ ਤਾਂ ਐਸੇ ਆ ਵੀ ਜਿਹੜੇ ਘਰ ਜਾ ਕੇ ਜਦ ਨਿਚੋੜੀ ਦੇ ਉਹਨਾਂ ਵਿੱਚੋਂ ਰਸ ਬੜਾ ਨਿਕਲਦਾ, ਤੇ ਉਹ ਨਿੰਬੂ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਤੇ ਕਈਆਂ ਦੇ ਵਿੱਚੋਂ ਰਸ ਬਿਲਕੁਲ ਵੀ ਨਹੀਂ ਨਿਕਲਦਾ, ਬੜਾ ਥੋੜਾ ਜਿਹਾ ਨਿਕਲਦਾ, ਸੁੱਕ ਬਰੂਰਾ ਜਿਹਾ ਹੁੰਦਾ ਆ, ਉਹ ਦੇਖ ਕੇ ਖਿਝ ਆ ਜਾਂਦੀ। ਭਾਵ ਇੱਕ ਛੋਟੀ ਜਿਹੀ ਚੀਜ਼ ਹੈ, ਲੇਕਿਨ ਇੰਨਾ ਕੁ ਪਤਾ ਲੱਗ ਗਿਆ ਵੀ ਜੇ ਚ ਰਸ ਆ ਨਾ ਉਹਦੇ ਵਿੱਚ ਆਨੰਦ ਬੜਾ ਆ, ਜੇ ਚ ਰਸ ਨਹੀਂ ਹੈ ਉਹਦੇ ਵਿੱਚ ਆਨੰਦ ਵੀ ਨਹੀਂ ਹੈ। ਤੇ ਮਹਾਰਾਜ ਜੀ ਕਹਿੰਦੇ ਸਾਡਾ ਜੀਵਨ ਜਿਹੜਾ ਆ ਇਹ ਬੇਰਸ ਆ, ਉਹਦੇ ਨਾਮ ਤੋਂ ਬਿਨਾ ਇਹ ਬੇਰਸ ਆ, ਗੁਰੂ ਦੇ ਪ੍ਰੇਮ ਤੋਂ ਬਿਨਾ। ਇਸ ਲਈ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਜੀਵਨ ਦੇ ਵਿੱਚ ਰਸ ਭਰਨ ਦੇ ਲਈ ਆਓ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਈਏ। ਆਖਰੀ ਪੰਕਤੀ ਅੱਜ ਦੇ ਇਸ ਪਵਿੱਤਰ ਸ਼ਬਦ ਦੀ।
काम क्रोध हंकार निबार्यो, तृष्णा त्यागो संत जना। कह रविदास पई शीतल काया, ज्यों हों लागो गुर चरना। ਮਹਾਰਾਜ ਜੀ ਆਖਰੀ ਪੰਕਤੀ ਦੇ ਵਿੱਚ ਫਰਮਾਉਂਦੇ ਨੇ, ਆਓ ਭਾਈ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਖਤਮ ਕਰੀਏ। ਕਹਿ ਰਵਿਦਾਸ ਭਾਈ ਸ਼ੀਤਲ ਕਾਇਆ, ਜਿਉਂ ਹੋ ਲਾਗੋ ਗੁਰ ਚਰਨਾ। ਮੈਂ ਜਿਉਂ ਹੀ ਮਹਾਰਾਜ ਜੀ ਕਹਿੰਦੇ ਗੁਰੂ ਦੇ ਚਰਨਾਂ ਨਾਲ ਜੁੜਿਆ, ਮੇਰੀ ਜਿਹੜੀ ਕਾਇਆ ਸ਼ੀਤਲ ਹੋ ਗਈ। ਜਿਉਂ ਹੀ ਗੁਰੂ ਦੇ ਚਰਨਾਂ ਦੇ ਵਿੱਚ ਗਿਆ, ਮੇਰਾ ਜੀਵਨ ਬਦਲ ਗਿਆ। ਗੁਰੂ ਦੇ ਵਿੱਚ ਉਹ ਤਾਕਤ ਹੁੰਦੀ ਹੈ, ਪਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਣ ਮੈਂ ਚੋਕੇ ਵੀ ਗੱਲ ਨਾਲ ਨਾਲ ਚੇਤੇ ਰੱਖੀ ਹੋਵੇ। ਮੈਂ ਗੁਰੂ ਨੂੰ ਨਾ ਦੋਸ਼ ਦਿੰਦੇ ਰਿਹਾ ਕਰੋ, ਕਈ ਲੋਕ ਬੜਾ ਦਿੰਦੇ ਆ, ਆਪਣੀਆਂ ਗਲਤੀਆਂ ਨਹੀਂ ਮੰਨਦੇ ਹੈਗੇ, ਗੁਰੂ ਸਿਰ ਦੋਸ਼ ਕੱਢ ਦਿੰਦੇ ਆ। ਅੱਛਾ, ਰੱਬ ਨੂੰ ਦੋਸ਼ ਦੇ ਦਿੰਦੇ ਕਿ ਆਪ ਚੰਗੇ ਭਲੇ ਬਣੇ ਰਹਾਂਗੇ। ਲਓ ਜੀ, ਅਸੀਂ ਤਾਂ ਕੋਈ ਗੁਨਾਹ ਨਹੀਂ ਕੀਤਾ, ਪਤਾ ਨਹੀਂ ਰੱਬ ਨੇ ਕਿਉਂ ਸਾਨੂੰ ਕਸ਼ਟ ਦਿੱਤਾ ਆ, ਪਤਾ ਨਹੀਂ ਕਿਉਂ ਨਹੀਂ ਗੁਰੂ ਸਾਡੀ ਸੁਣਦੇ। ਮਤਲਬ ਗੁਰੂ ਗਲਤ ਹੋ ਗਏ ਆ, ਰੱਬ ਗਲਤ ਹੋ ਗਿਆ, ਅਸੀਂ ਸਹੀ ਆ, ਐਡੇ ਧਰਮਾਤਮਾ ਬਣ ਜਾਂਦੇ ਅਸੀਂ। ਕਹਿ ਰਵਿਦਾਸ ਪਈ ਸ਼ੀਤਲ ਕਾਇਆ, ਜਿਉਂ ਹੋ ਲਾਗੂ ਗੁਰ ਚਰਨਾ। ਮਹਾਰਾਜ ਜੀ ਕਹਿੰਦੇ ਜਿਉਂ ਹੀ ਮੈਂ ਗੁਰੂ ਦੇ ਚਰਨਾਂ ਵਿੱਚ ਗਿਆ ਨਾ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ, ਜੋ ਏਕ ਲਾਗਤ ਹੀ ਪੁਏ ਗਿਰ ਪਰਿਆ ਪਰਾ ਕਰੀ ਜੇ ਸ਼ੇਖ। ਮੇਰੇ ਸਤਿਗੁਰ ਸੂਰਮੇ ਨੇ ਐਸਾ ਕਹਿੰਦੇ ਸ਼ਬਦ ਦਾ ਬਾਣ ਮਾਰਿਆ। ਸ਼ਬਦ ਦੇ ਬਾਣ ਹੀ ਆ, ਆ ਜਿਹੜੀ ਬਾਣੀ ਆਪਾਂ ਸੁਣ ਰਹੇ ਆ ਨਾ, ਸ਼ਬਦਾਂ ਦੇ ਬਾਣ ਆ। ਇੱਕ ਆਖਰੀ ਆਪਾਂ ਸਾਖੀ ਥੋੜੀ ਸਾਂਝੀ ਕਰਦੇ ਆ, ਉਸ ਤੋਂ ਬਾਅਦ ਫਿਰ ਸਮਾਪਤੀ ਹੈ। ਸਿੱਖ ਧਰਮ ਦੇ ਵਿੱਚ ਜਿਹੜੇ ਗੁਰਸਿੱਖ ਹੋਏ ਆ, ਉਹਨਾਂ ਦੇ ਵਿੱਚ ਇਹ ਗੁਰਸਿੱਖ ਐਸੇ ਹੋਏ ਆ ਜਿਨ੍ਹਾਂ ਨੂੰ ਭਾਈ ਸੁਥਰਾ ਜੀ ਕਹਿ ਕੇ ਯਾਦ ਕੀਤਾ ਜਾਂਦਾ ਆ। ਭਾਈ ਸੁਥਰਾ ਜੀ ਕਹਿੰਦੇ ਵੀ ਇੱਕ ਵਾਰੀ ਇੱਦੇ ਦੀਵਾਨ ਸਜਿਆ ਹੋਇਆ ਸੀ, ਸਤਸੰਗ ਚੱਲ ਰਿਹਾ ਸੀ, ਸ਼ਬਦ ਵਿਚਾਰ ਚੱਲ ਰਹੀ ਸੀ। ਸਾਰੀਆਂ ਸੰਗਤਾਂ ਜਿਸ ਤਰ੍ਹਾਂ ਮਹਾਰਾਜ ਜੀ ਵਿਰਾਜਮਾਨ ਹੈ ਨਾ, ਤੇ ਆਪ ਸਭ ਸੰਗਤਾਂ ਨੇ ਇੱਧਰ ਮੁੱਖ ਕੀਤਾ ਹੋਇਆ ਨਾ, ਤੇ ਸਤਸੰਗ ਸੁਣ ਰਹੇ ਆਪਾਂ। ਕਰਨ ਵਾਲਾ ਕੋਈ ਹੋਵੇ ਉਹਦੇ ਨਾਲ ਕੋਈ ਮਤਲਬ ਨਹੀਂ, ਮਹਾਰਾਜ ਜੀ ਵਿਰਾਜਮਾਨ ਹੈ ਬਸ। ਤੇ ਇੱਧਰ ਭਾਈ ਸੁਥਰਾ ਜੀ ਆਏ, ਉਹ ਵੀ ਆ ਕੇ ਜਿੱਦਾਂ ਆਪ ਸਭ ਸੰਗਤਾਂ ਬੈਠੀਆਂ ਨਾ, ਇੱਧਰ ਮਹਾਰਾਜ ਜੀ ਵੱਲ ਮੁੱਖ ਕਰਕੇ ਉਹ ਵੀ ਇੱਦੇ ਬਹਿ ਗਏ। ਉਹ 5-10 ਮਿੰਟ ਬੈਠੇ ਇੱਦਾਂ, ਤੇ ਉਸ ਤੋਂ ਬਾਅਦ ਪਿੱਠ ਕਰਕੇ ਬਹਿ ਗਏ, ਮਤਲਬ ਕਿ ਪਿੱਠ ਮਹਾਰਾਜ ਜੀ ਵੱਲ ਕਰ ਲਈ। ਹੁਣ ਜਿਹੜੇ ਮੇਰੇ ਵਰਗੇ ਉੱਥੇ 4-5 ਸਿਆਣੇ ਬੈਠੇ ਸੀ, ਹੁੰਦੇ ਹੀ ਆ ਸਾਰੇ ਪਾਸੇ, ਫੜ ਲਿਆ ਉਹਨਾਂ ਨੇ ਭਾਈ ਸੁਥਰਾ ਜੀ ਨੂੰ, ਲੈ ਗਏ ਮਹਾਰਾਜ ਜੀ ਦੇ ਕੋਲ। ਮਹਾਰਾਜ ਜੀ ਦੇਖੋ ਬਹੁਤ ਵੱਡੀ ਗਲਤੀ ਕੀਤੀ, ਮਰਿਆਦਾ ਖਰਾਬ ਕਰਤੀ, ਮਰਿਆਦਾ ਭੰਗ ਕੀਤੀ ਹੈ, ਤਾਂ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਮਹਾਰਾਜ ਜੀ ਤੁਸੀਂ ਇਹਨੂੰ ਹਰ ਵਾਰ ਛੱਡ ਦਿੰਦੇ ਆ, ਤਾਂ ਕਰਕੇ ਬਾਰ-ਬਾਰ ਇੱਦਾਂ ਦੀਆਂ ਗਲਤੀਆਂ ਕਰਦਾ ਆ। ਅੱਜ ਦੇਖੋ ਕਿੱਡੀ ਵੱਡੀ ਗਲਤੀ ਕੀਤੀ ਇਹਨੇ। ਤੇ ਮਹਾਰਾਜ ਜੀ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ, ਪੁੱਛ ਲੈਂਦੇ ਆ। ਮਹਾਰਾਜ ਜੀ ਤਾਂ ਸਭ ਜਾਣੀ ਆ, ਮਹਾਰਾਜ ਜੀ ਤੋਂ ਕੀ ਲੁਕਿਆ ਹੋਇਆ ਆ, ਲੇਕਿਨ ਫਿਰ ਵੀ ਚਲੋ ਇੱਕ ਰੀਤ ਵੀ ਨਿਭਾਉਣੀ ਹੁੰਦੀ ਨਾ ਉਹਨਾਂ ਨੇ, ਵੀ ਕਿਉਂਕਿ ਉਹ ਸਭ ਕੁਝ ਜਾਣਦੇ ਹੋਏ ਵੀ ਅਣਜਾਣ ਬਣ ਕੇ ਰਹਿੰਦੇ ਹੁੰਦੇ ਆ। ਕਹਿੰਦੇ ਚਲੋ ਠੀਕ ਹੈ ਭਾਈ, ਗੱਲ ਤਾਂ ਦੱਸੋ ਕੀ ਹੋਈ। ਕਹਿੰਦੇ ਮਹਾਰਾਜ ਦੀਵਾਨ ਸਜਿਆ ਹੋਇਆ ਸੀ, ਕਥਾ ਚੱਲ ਰਹੀ ਸੀ, ਤੇ ਮਹਾਰਾਜ ਜੀ ਵੱਲ ਪਿੱਠ ਕਰਕੇ ਬਹਿ ਗਿਆ। ਇਹ ਭਾਈ ਸੁਥਰਾ ਇਹ ਮਹਾਰਾਜ ਜੀ ਵੱਲ ਕਹਿੰਦੇ ਪਿੱਠ ਕਰਕੇ ਬਹਿ ਗਿਆ। ਤੇ ਮਹਾਰਾਜ ਜੀ ਕਹਿਣ ਲੱਗੇ ਭਾਈ ਸੁਥਰਿਆ, ਇਹ ਤਾਂ ਗੱਲ ਠੀਕ ਨਹੀਂ, ਆਪਾਂ ਤਾਂ ਗੁਰਮੁਖ ਬਣਨਾ ਆ, ਸਾਡਾ ਮੁਖ ਹਮੇਸ਼ਾ ਕਹਿੰਦੇ ਗੁਰੂ ਵੱਲ ਹੋਣਾ ਚਾਹੀਦਾ, ਤੂੰ ਭਾਈ ਪਿੱਠ ਕਰਕੇ ਕਿਉਂ ਬੈਠਾ ਗੁਰੂ ਵੱਲ। ਤੇ ਭਾਈ ਸੁਥਰਾ ਜੀ ਕਹਿਣ ਲੱਗੇ ਮਹਾਰਾਜ ਜੀ ਵੀ ਮੈਂ ਮੁੱਖ ਕਰਕੇ ਬੈਠਾ ਸੀ, ਜਦ ਮੈਂ ਗਿਆ ਤੇ ਜਿੱਦਾਂ ਸਾਰੀਆਂ ਸੰਗਤਾਂ ਬੈਠੀਆਂ ਸੀ, ਮੈਂ ਵੀ ਗੁਰੂ ਵੱਲ ਮੁੱਖ ਕਰਕੇ ਬੈਠਾ ਸੀ। ਤੇ ਕਹਿੰਦੇ ਫੇਰ ਪਿੱਠ ਕਿਉਂ ਕੀਤੀ। ਕਹਿਣ ਲੱਗੇ ਮਹਾਰਾਜ ਜੀ ਜਦੋਂ
ਗੁਰੂ ਦੇ ਸ਼ਬਦ ਚੱਲ ਰਹੇ ਸੀ ਨਾ, ਉਹਨਾਂ ਸ਼ਬਦਾਂ ਦੇ ਵਿੱਚ ਮੇਰੇ ਗੁਨਾਹਾਂ ਦੀ ਜੋ ਮੈਨੂੰ ਮਾਰ ਪੈ ਰਹੀ ਸੀ, ਕਹਿੰਦੇ ਵੀ ਮੇਰੇ ਇੱਧਰ ਵੀ ਬਹੁਤ ਪਈ। ਮੈਂ ਫਿਰ ਇੱਧਰਲਾ ਮੁੱਖ ਅੱਗੇ ਕਰਤਾ, ਕਹਿੰਦੇ ਇੱਧਰ ਵੀ ਮੇਰੇ ਮਾਰ ਪਈ। ਜਦ ਕਹਿੰਦੇ ਦੋਨਾਂ ਪਾਸੇ ਮਾਰ ਖਾ ਕੇ ਥੱਕ ਗਿਆ ਤੇ ਮੈਂ ਪਿੱਠ ਕਰ ਲਈ, ਬਾਕੀ ਮਾਰ ਮੈਂ ਪਿੱਠ ਤੇ ਖਾ ਲੈਂਦਾ ਹੈ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਇਹ ਸ਼ਬਦ ਦਾ ਜਿਹੜਾ ਬਾਣ ਹੈ, ਇਹ ਸ਼ਬਦ ਦੀ ਜਿਹੜੀ ਚੋਟ ਹੈ, ਇਹ ਜਿਨ੍ਹਾਂ ਦੇ ਅੰਦਰ ਲੱਗ ਜਾਂਦੀ ਹੈ ਨਾ, ਲਾਗਤ ਹੀ ਭੂਏ ਗਿਰ ਪੜਿਆ। ਮਹਾਰਾਜ ਜੀ ਕਹਿੰਦੇ ਲੱਗਦੇ ਸਾਰ ਹੀ ਮੈਂ ਥੱਲੇ ਡਿੱਗ ਪਿਆ। ਪਰਾ ਕਰੇ ਜੇ ਸ਼ੇਕ, ਐਸਾ ਸ਼ੇਕ ਪਿਆ, ਐਸਾ ਜ਼ਖਮ ਹੋਇਆ ਸਤਿਗੁਰਾਂ ਦੇ ਬਾਣ ਦਾ ਕਿ ਇਹ ਪੰਜੇ ਦੇ ਪੰਜੇ ਵਿਕਾਰ ਉੱਥੇ ਹੀ ਮਰ ਗਏ। ਇਹ ਪੰਜ ਦੇ ਪੰਜ ਵਿਕਾਰ ਉੱਥੇ ਹੀ ਮਰ ਗਏ। ਐਸਾ ਮੇਰੇ ਸਤਿਗੁਰਾਂ ਨੇ ਮੇਰੇ ਬਾਣ ਮਾਰਿਆ। ਇਸ ਕਰਕੇ ਸ਼ਬਦ ਦਾ ਬਾਣ ਹੈ। ਕਹਿ ਰਵਿਦਾਸ ਭਈ ਸ਼ੀਤਲ ਕਾਇਆ, ਜਿਉਂ ਹੋ ਲਾਗੋ ਗੁਰ ਚਰਨਾ, ਜਿਉਂ ਹੀ ਗੁਰੂ ਦੇ ਚਰਨਾਂ ਵਿੱਚ ਗਏ, ਗੁਰੂ ਦੇ ਸ਼ਬਦਾਂ ਦੇ ਐਸੇ ਬਾਣ ਲੱਗੇ ਕਿ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਜਿਉਂ ਹੀ ਮਹਾਰਾਜ ਜੀ ਕਹਿੰਦੇ ਗੁਰੂ ਦੇ ਚਰਨਾਂ ਵਿੱਚ ਗਏ, ਗੁਰੂ ਨੇ ਤਾਂ ਮੈਨੂੰ ਦੇਵਤਾ ਬਣਾ ਦਿੱਤਾ। ਇਹ ਕਿੱਦਾਂ ਬਣਾਇਆ? ਇਹ ਗਿਆਨ ਦੇ ਨਾਲ। ਗਿਆਨ ਕਿੱਥੇ ਮਿਲਦਾ ਸਾਨੂੰ? ਗੁਰੂ ਦੀ ਬਾਣੀ ਦੇ ਵਿੱਚ। ਇਸ ਕਰਕੇ ਜ਼ਰੂਰੀ ਕੀ ਹੈ? ਮੱਥੇ ਟੇਕਣੇ ਨਹੀਂ, ਕਿਤੇ ਛੁੱਟ ਜਾਣ ਕੋਈ ਗੱਲ ਨਹੀਂ, ਅਗਰਬੱਤੀਆਂ ਛੁੱਟ ਜਾਣ ਰਹਿ ਗਈਆਂ ਕੋਈ ਗੱਲ ਨਹੀਂ, ਕਿਤੇ ਦੀਵਾ ਬਾਲ ਹੋਇਆ ਨਹੀਂ ਹੋਇਆ ਕੋਈ ਗੱਲ ਨਹੀਂ, ਕਦੇ ਗੁਰੂ ਦੀ ਬਾਣੀ ਤੋਂ ਨਾਗਾ ਨਾ ਪਵੇ। ਮੇਰੇ ਹਰ ਇੱਕ ਸਤਸੰਗ ਦੇ ਵਿੱਚ ਸੰਗਤਾਂ ਦੇ ਚਰਨਾਂ ਦੇ ਵਿੱਚ ਇਹ ਹੱਥ ਜੋੜ ਕੇ ਆਪਣਾ ਸੀਸ ਜਿਹੜਾ ਆ ਆਪ ਸਭ ਸੰਗਤਾਂ ਦੇ ਚਰਨਾਂ ਤੇ ਰੱਖ ਕੇ ਮੈਂ ਇੱਕੋ ਹੀ ਬੇਨਤੀ ਕਰਦਾ ਆ ਵੀ ਗੁਰੂ ਦੀ ਬਾਣੀ ਨਾਲ ਜੁੜੋ, ਗੁਰੂ ਦੀ ਬਾਣੀ ਨਾਲ ਜੁੜੋ, ਗੁਰੂ ਦੀ ਬਾਣੀ ਨਾਲ ਜੁੜੋ, ਕਿਉਂਕਿ ਬਾਣੀ ਵਿੱਚ ਗਿਆਨ ਹੈ, ਗਿਆਨ ਦੇ ਵਿੱਚ ਸਾਡਾ ਜੀਵਨ ਹੈ, ਔਰ ਸਾਡਾ ਜੀਵਨ ਗਿਆਨ ਤੋਂ ਬਿਨਾਂ, ਉਹਦੇ ਨਾਮ ਤੋਂ ਬਿਨਾਂ ਅਧੂਰਾ ਆ। ਇਹੀ ਅੱਜ ਦੇ ਸ਼ਬਦ ਦੀ ਵਿਚਾਰ ਹੈ। ਔਰ ਸ਼ਬਦ ਦੀ ਪਹਿਲੀ ਪੰਕਤੀ, ਤ੍ਰਿਗ ਤ੍ਰਿਗ ਜੀਵਨ ਰਾਜੇ ਰਾਮ ਬਿਨਾ। ਸੋ ਇਸ ਅੱਜ ਦੇ ਸ਼ਬਦ ਦੀ ਵਿਚਾਰ, ਅੱਜ ਦਾ ਸਤਸੰਗ ਵਿਚਾਰਾਂ ਕਰਦਿਆਂ ਅਨੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਜਾਂ ਕਿਸੇ ਗੱਲ ਨੂੰ ਸਹੀ ਤਰੀਕੇ ਨਾਲ ਡਿਫਾਈਨ ਨਹੀਂ ਕਰ ਪਾਏ, ਕਲੀਅਰ ਨਹੀਂ ਕਰ ਪਾਏ, ਵਿਸਥਾਰ ਨਾਲ ਨਹੀਂ ਸਮਝਾ ਪਾਏ ਹੋਵਾਂਗੇ, ਤਾਂ ਉਹਦੇ ਲਈ ਅਸੀਂ ਖਿਮਾ ਦੇ ਜਾਚਕ ਹਾਂ। ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਾਂਸ਼ੀ ਚੈਨਲ ਟੀਮ ਦਾ, ਜਿਹੜੇ ਕਿ ਦਿਨ ਰਾਤ ਮਹਾਰਾਜ ਜੀ ਦੇ ਇਹ ਜਿਹੜੇ ਮਿਸ਼ਨ ਆ ਉਹਨੂੰ ਆਪ ਸਭ ਸੰਗਤਾਂ ਤੱਕ ਪਹੁੰਚਾਉਣ ਦਾ ਇਹ ਮਹਾਨ ਉਪਰਾਲਾ ਕਰਦੇ ਰਹਿੰਦੇ ਆ। ਅਤੇ ਮੇਰੀ ਬੇਨਤੀ ਸਭ ਸੰਗਤਾਂ ਨੂੰ ਕਿ ਇਹਨਾਂ ਸਭ ਚੈਨਲਾਂ ਦੀ ਵੱਧ ਤੋਂ ਵੱਧ ਸਪੋਰਟ ਵੀ ਕਰਿਆ ਕਰੋ, ਅਤੇ ਜੋ ਇਹ ਆਪ ਜੀ ਤੱਕ ਮੈਸੇਜ ਪਹੁੰਚਾਉਂਦੇ ਆ ਉਹਨੂੰ ਜ਼ਰੂਰ ਮੰਨਿਆ ਕਰੋ। ਬਹੁਤ ਬਹੁਤ ਧੰਨਵਾਦ ਹੈ ਸਾਰੀ ਟੀਮ ਦਾ, ਆਪ ਸਭ ਸੰਗਤਾਂ ਦਾ। ਜੈ ਗੁਰੂਦੇਵ, ਧੰਨ ਗੁਰੂਦੇਵ।